ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਅੱਜ ਅਸੀਂ ਉਹਨਾਂ ਵਿਸ਼ਿਆਂ ਨਾਲ ਤੁਹਾਨੂੰ ਜੋੜਾਂਗੇ ਜਿਹੜੇ ਵਿਸ਼ੇ ਬਿਲਕੁਲ ਕਰੰਟ ਅਫੇਅਰ ਨਾਲ ਜੁੜਦੇ ਨੇ ਤੇ ਮੇਰੇ ਨਾਲ ਖੰਨਾ ਜੀ ਨੇ। ਤੇ ਖੰਨਾ ਜੀ, ਅੱਜ ਸਾਰੇ ਦਰਸ਼ਕਾਂ ਨੂੰ ਉਹਨਾਂ ਵਿਸ਼ਿਆਂ ਤੋਂ ਜਾਣੂ ਕਰਵਾਈਏ ਜਿਹੜੇ ਬਿਲਕੁਲ ਭਖ ਰਹੇ ਨੇ। ਭਖ ਇਹ ਰਿਹਾ ਕਿ ਅੱਜ ਬਜਟ ਪੇਸ਼ ਹੋ ਰਿਹਾ ਜੀ ਭਾਰਤ ਦੇ ਵਿੱਚ ਔਰ ਆਖਰੀ ਬਜਟ ਹੈ ਇਹ ਮੋਦੀ ਸਰਕਾਰ ਦਾ, ਕਿਉਂਕਿ 2024 ਦੇ ਵਿੱਚ ਲੋਕ ਸਭਾ ਇਲੈਕਸ਼ਨਸ ਪੈਂਡਿੰਗ ਨੇ ਸੈਂਟਰਲ ਗਵਰਨਮੈਂਟ ਦੀਆਂ। ਸੋ ਇਸ ਕਰਕੇ ਇਹ ਆਖਰੀ ਬਜਟ ਹੈ। ਹੁਣ ਇਹਦੇ ਵਿੱਚ ਸਭ ਨੂੰ ਇਹ ਲੱਗਿਆ ਹੋਇਆ ਕਿ ਕਿਹਨੂੰ ਗੱਫੇ ਮਿਲਣੇ ਨੇ, ਕਿੱਦਾਂ ਲੋਕਾਂ ਨੂੰ ਆਪਣੇ ਵੱਲ ਮੋੜਨਾ ਹੈ, ਕੀ ਕਿਹੜੇ ਸੈਕਟਰਸ ਨੇ ਜਿੱਥੇ ਮਹਿੰਗਾਈ ਵਧੇਗੀ, ਕਿੱਥੇ ਸੈਕਟਰਸ ਨੇ ਜਿੱਥੇ ਛੋਟ ਮਿਲੇਗੀ, ਟੈਕਸ ਦਾ ਕੀ ਸਲੈਬ ਹੋਏਗਾ। ਤਮਾਮ ਸਾਰੀਆਂ ਗੱਲਾਂ ਇਸ ਵਕਤ ਐਕਸਪਰਟਸ ਆਪਣੀ ਰਾਏ ਦੇ ਰਹੇ ਨੇ। ਹਾਲਾਂਕਿ ਪ੍ਰੀ ਬਜਟ ਬਹੁਤ ਸਾਰੀਆਂ ਡਿਸਕਸ਼ਨਸ ਹੋਈਆਂ ਕਿ ਇਸ ਬਾਰੇ ਹੋ ਸਕਦਾ ਹੈ, ਇਸ ਬਾਰੇ ਹੋ ਸਕਦਾ ਹੈ, ਪਰ ਜਦੋਂ ਜਾਦੂ ਦਾ ਪਟਾਰਾ ਖੁੱਲ੍ਹੇਗਾ ਉਦੋਂ ਹੀ ਪਤਾ ਲੱਗੇਗਾ ਕਿ ਉਹਦੇ ਵਿੱਚੋਂ ਕੀ ਨਿਕਲਦਾ ਪਿਆ। ਸੋ ਅੱਜ ਦਾ ਬਜਟ, ਇਸ ਵਕਤ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਬਜਟ ਪੇਸ਼ ਹੋ ਰਿਹਾ ਹੈ ਸੈਂਟਰਲ ਗਵਰਨਮੈਂਟ ਦਾ। ਹਾਂਜੀ, ਦਿੱਲੀ ਦੀ ਸੰਸਦ ਵਿੱਚ ਸੀਤਾਰਮਨ ਜਿਹੜੀ ਫਾਈਨਾਂਸ ਮਿਨਿਸਟਰ ਨੇ, ਉਹਨਾਂ ਨੇ ਅੱਜ ਬਜਟ ਲੈ ਕੇ ਪੇਸ਼ ਹੋ ਗਏ ਨੇ ਔਰ ਉਹਦੇ ਵਿੱਚ ਅੱਜ ਆਪਣੇ ਮੋਦੀ ਸਾਹਿਬ ਵਿੱਚ ਬੈਠੇ ਨੇ ਔਰ ਸਾਰੇ ਮੰਤਰੀ ਮੰਡਲ ਬੈਠਾ। ਔਰ ਇਹਦੇ ਵਿੱਚ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਸਾਰੇ ਚੈਨਲਾਂ 'ਤੇ ਵੈਸੇ ਆ ਗਈਆਂ ਨੇ, ਛਾਇਆ ਹੋ ਗਈਆਂ ਨੇ। ਪਤਾ ਲੱਗ ਗਿਆ ਕਿ ਇਹਨਾਂ ਨੇ ਕਾਫੀ ਚੀਜ਼ਾਂ ਸਸਤੀਆਂ ਕਰਤੀਆਂ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਚੁੱਕੇ ਜੇ ਕਿ 2024 ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਸਿਰ 'ਤੇ ਹੈ ਔਰ ਉਹਨੂੰ ਥੋੜ੍ਹਾ ਜਿਹਾ ਮੋੜਾ ਦੇਣ ਲਈ ਇਹਨਾਂ ਨੇ ਬਜਟ ਥੋੜ੍ਹਾ ਜਿਹਾ ਐਤਕੀ ਫਲੈਕਸੀਬਲ ਰੱਖਣਗੇ, ਕਿਉਂਕਿ ਇਹਨੂੰ ਜ਼ਿਆਦਾ ਹਾਰਡ ਨਹੀਂ ਰੱਖਣਗੇ ਔਰ ਲੋਕਾਂ ਨੂੰ ਖੁਸ਼ ਕਰਨਗੇ ਜ਼ਿਆਦਾ। ਇਹਦੇ ਵਿੱਚ ਇਹਨਾਂ ਨੇ ਦੱਸਿਆ ਗਿਆ ਕਿ ਉਹਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ 'ਚ 15 ਲੱਖ ਦੀ ਸੀ ਸੇਵਿੰਗ, ਹੁਣ 30 ਲੱਖ ਕਰ ਦਿੱਤੀ ਹੈ, ਅਜੇ ਸੁਣਨ ਵਿੱਚ ਆਇਆ। ਔਰ ਉਹਦੇ ਵਿੱਚ ਇਹਨਾਂ ਨੇ ਬਾਗਬਾਨੀ ਦੇ ਜਿਹੜੇ ਕਰਿੰਦੇ ਨੇ ਜਾਂ ਕੰਮ ਕਰ ਰਹੇ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਸਬਸਿਡੀ ਦਿੱਤੀ ਹੈ, ਪੈਸਾ ਉਹਦੇ ਲਈ ਕਾਫੀ ਅਨਾਉਂਸ ਕਰ ਦਿੱਤਾ। ਕਿਉਂਕਿ ਇਹਦੇ ਵਿੱਚ ਰੌਲਾ ਇਹ ਪੈ ਰਿਹਾ ਸੀ ਕਿ ਪੰਜਾਬ ਦੇ ਕਿਸਾਨ ਨੇ, ਸਾਰੇ ਹਿੰਦੁਸਤਾਨ ਦੇ ਕਿਸਾਨ ਚਾਹੁੰਦੇ ਸੀ ਕਿ ਜਿਹੜੇ ਬਜਟ ਵਿੱਚ ਕਿਸਾਨਾਂ ਨੂੰ ਥੋੜ੍ਹੀਆਂ ਜਿਹੀਆਂ ਰਾਹਤ ਦਿੱਤੀ ਜਾਵੇ, ਸਹੂਲਤਾਂ ਦਿੱਤੀਆਂ ਜਾਣ, ਜਿਸ 'ਚ MSP ਸੀਗੀ ਔਰ ਉਹਨਾਂ ਦੇ ਵਿੱਚ ਬਾਕੀ ਫਸਲਾਂ ਦੇ ਜਿਹੜੇ ਬੀਮੇ ਸੀ, ਜਿਹੜੀ ਸਟੈਂਡਿੰਗ ਕ੍ਰੌਪ ਸੀ, ਉਹਨਾਂ ਨੂੰ ਜਦੋਂ ਆਫਤ ਆਉਂਦੀ ਆ ਜਾਂ ਮੀਂਹ ਆਉਂਦਾ ਉਦੋਂ ਡਿੱਗ ਪੈਂਦੀਆਂ, ਉਹਦੇ ਵਿੱਚ ਜਿਹੜਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਸੀ ਉਹ ਘੱਟ ਦਿੱਤਾ ਜਾਂਦਾ ਸੀ। ਇਹਨਾਂ ਨੇ ਕਿਹਾ ਕਿ ਸਾਨੂੰ ਉਹਦੇ ਵਿੱਚ ਜਿਹੜੀਆਂ ਵਿਪਤਾ ਤੋਂ ਬਚਾਉਣ ਲਈ ਪੈਸਾ ਵੱਧ ਤੋਂ ਵੱਧ ਦਿੱਤਾ ਜਾਵੇ। ਇਹਦੇ ਵਿੱਚ ਇਲੈਕਟ੍ਰੋਨਿਕਸ ਮਸ਼ੀਨਾਂ ਅਤੇ ਜਿਹੜੀਆਂ ਪ੍ਰੋਡਕਟ ਨੇ ਉਹ ਵੀ ਕਾਫੀ ਸਸਤੀਆਂ ਹੋ ਗਈਆਂ। ਸਿਗਰਟ ਜਿਹੜੀ ਆ ਉਹ ਮਹਿੰਗੀ ਕਰ ਦਿੱਤੀ, ਅੱਛੀ ਗੱਲ ਆ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਲੋਕਾਂ ਨੂੰ। 13% ਕਸਟਮ ਡਿਊਟੀ ਜਿਹੜੀ ਆ ਉਹ ਵਧਾ ਦਿੱਤੀ ਗਈ ਆ। ਉਹਦੇ ਵਿੱਚ ਚਾਂਦੀ ਜਿਹੜੀ ਬਾਹਰੋਂ ਆ ਰਹੀ ਹੈ, ਸੋਨਾ ਬਾਹਰੋਂ ਆਊਗਾ, ਉਹ 'ਤੇ ਜ਼ਿਆਦਾ ਪੈਸਾ ਲੱਗੂਗਾ, ਹੋਰ ਪ੍ਰੋਡਕਟ ਵੀ ਜਿਹੜੀਆਂ ਆਉਣਗੀਆਂ ਉਹਨਾਂ 'ਤੇ ਲੱਗੂਗਾ। ਔਰ ਮੇਰੇ ਖਿਆਲ ਇਹਦੇ ਵਿੱਚ ਬਹੁਤ ਲੋਕ ਖੁਸ਼ ਵੀ ਹੋਣਗੇ ਔਰ ਕਈ ਤਰ੍ਹਾਂ ਦੀਆਂ ਆਲੋਚਨਾ ਵੀ ਹੋਣਗੀਆਂ, ਕਿਉਂਕਿ ਹਰ ਬੰਦੇ ਨੂੰ ਖੁਸ਼ ਕਰਨਾ ਸਰਕਾਰ ਦੇ ਵੱਸ ਵੀ ਨਹੀਂ ਹੁੰਦਾ। ਔਰ ਇਹਨਾਂ ਕੀ ਹੁੰਦਾ, ਪਰਿਵਾਰ ਦੇ ਵਿੱਚ ਵੀ ਜਿਹੜੇ ਬਾਕੀ ਮੈਂਬਰ ਉਹਨਾਂ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਵੀ ਸਾਰੇ ਪਰਿਵਾਰ ਨੂੰ ਖੁਸ਼ ਕਰਨਾ ਔਖਾ ਹੁੰਦਾ। ਪਰ ਜਿਹੜੀਆਂ ਇਸ ਵੇਲੇ ਹਾਈਲਾਈਟਸ ਹੋ ਰਹੀਆਂ ਨੇ ਵਿਸ਼ੇਸ਼ਤਾਵਾਂ, ਉਹਦੇ ਵਿੱਚ ਲੱਗਦਾ ਹੈ ਕਿ ਕਾਫੀ ਲੋਕ ਖੁਸ਼ ਹੀ ਰਹਿਣਗੇ। ਜਿਹਦੇ ਵਿੱਚ ਇਲੈਕਟ੍ਰੋਨਿਕਸ ਦੇ ਵਿੱਚ ਮੋਬਾਈਲ ਵੀ ਸਸਤੇ ਕਰ ਦਿੱਤੇ ਆ, ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਨਾਲ ਉਹਦੀਆਂ 'ਚ ਵਹੀਕਲ, ਜਿਹੜੀਆਂ ਇਲੈਕਟ੍ਰੋਨਿਕਸ ਵਹੀਕਲ ਆ ਇਹ ਵੀ ਸਸਤੀਆਂ ਕਰ ਦੇਣਗੇ, ਬੈਟਰੀਆਂ, ਹੋਰ ਕਈ ਚੀਜ਼ਾਂ ਜਿਹੜੀਆਂ ਇਸ ਵੇਲੇ ਅਸੀਂ ਪੜ੍ਹ ਰਹੇ ਹਾਂ, ਵੇਖ ਰਹੇ ਹਾਂ ਔਰ ਚੈਨਲਸ 'ਤੇ ਆ ਵੀ ਰਹੀਆਂ। ਔਰ ਮੇਰਾ ਖਿਆਲ ਹੈ ਕਿ ਲੋਕਾਂ ਦਾ ਜ਼ਿਆਦਾ ਧਿਆਨ ਕੇਂਦਰਿਤ ਇਸੇ ਪਾਸੇ ਵੱਲ ਹੈ, ਕਿਉਂਕਿ ਪੂਰੇ ਦੇਸ਼ ਦਾ ਬਜਟ ਆ, ਇਹਦੇ ਵਿੱਚੋਂ ਹੀ ਲੋਕਾਂ ਨੇ ਆਪਣੀ ਕਮਾਈ ਕਰਨੀ ਹੈ, ਇਹਦੇ ਵਿੱਚੋਂ ਹੀ ਲੋਕਾਂ ਨੂੰ ਸਹੂਲਤਾਂ ਮਿਲਣੀਆਂ। ਜੋ ਅਨਾਉਂਸ ਹੋ ਗਿਆ ਜੇ ਇਹ ਪੂਰਾ ਹੀ ਸਾਲ ਫਿਰ ਚੱਲਦਾ ਰਹੂਗਾ। ਫਿਰ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਵੇਖੂਗੀ ਕਿ ਅਗਲਾ ਬਜਟ ਕੀ ਔਰ ਕਿਸ ਤਰ੍ਹਾਂ ਦਾ ਕਰਨਾ ਹੈ। ਹੋ ਸਕਦਾ ਇਟ ਮੇ ਬੀ ਇਹ ਸਰਕਾਰ ਆਉਂਦੀ ਹੈ ਜਾਂ ਦੂਸਰੀ ਸਰਕਾਰ ਆਉਂਦੀ ਹੈ ਜਿਹਦੇ ਵਿੱਚ ਦੋ ਨੈਸ਼ਨਲ ਪਾਰਟੀਆਂ ਸਾਡੇ ਦਰਸ਼ਕ ਜਾਣਦੇ ਆ, ਜਾਂ ਦੂਜੀ ਕਾਂਗਰਸ ਹੈ। ਉਹਨਾਂ ਨੇ ਵੀ ਭਾਰਤ ਜੋੜੋ ਯਾਤਰਾ ਹੁਣੇ ਨੂੰ ਸ਼ੁਰੂ ਕੀਤੀ ਸੀ, ਉਹਦੇ ਵਿੱਚ ਲੋਕਾਂ ਨੂੰ ਇਹਨਾਂ ਨੇ ਬਹੁਤ ਨੇੜੇ ਲਾਇਆ ਔਰ ਰਾਹੁਲ ਗਾਂਧੀ ਨੇ ਪੈਦਲ ਜਾ ਕੇ ਯਾਤਰਾ ਕੀਤੀ ਹੈ, ਲੋਕਾਂ ਨੂੰ ਮਿਲਿਆ ਵੀ ਹੈ। ਹੁਣ ਵੇਖੋ ਇਲੈਕਸ਼ਨ ਤੋਂ ਬਾਅਦ ਕੀ ਹੁੰਦਾ ਅਤੇ ਇਸ ਬਜਟ ਦਾ ਵੀ ਰਿਐਕਸ਼ਨ ਹੋਗਾ। ਜਦੋਂ ਇਹਦੀ ਪ੍ਰਤੀਕਿਰਿਆ ਲੋਕਾਂ ਤੱਕ ਆਈ, ਲੋਕਾਂ ਨੇ ਦੱਸਣਾ ਹੈਗਾ ਕਿ ਇਸ ਵੇਲੇ ਸਾਡੇ ਫੇਵਰ 'ਚ ਆ ਜਾਂ ਸਾਡੇ ਅਗੇਂਸਟ ਗਿਆ। ਪਰ ਜਿੰਨੀ ਵੀ ਮੰਤਰੀ ਮੰਡਲ ਦੀ ਹੁਣ ਸਵੇਰੇ ਪਹਿਲਾਂ ਬੈਠਕ ਹੋਈ ਆ, ਬੈਠਕ ਤੋਂ ਬਾਅਦ ਫਿਰ ਜਿਹੜੀ ਫਾਈਨਾਂਸ ਮੰਤਰੀ ਆ ਉਹਨਾਂ ਨੇ ਸੌਂਪ ਦਿੱਤਾ ਬਜਟ, ਉਹਨਾਂ ਨੇ ਲੈ ਕੇ ਉਹਨੂੰ ਅਨਾਉਂਸ ਕਰ ਦਿੱਤਾ। ਇਸ ਵੇਲੇ ਪੜ੍ਹ ਰਹੇ ਆ ਕੀ ਵਿੱਚ ਵਿਸ਼ੇਸ਼ਤਾਵਾਂ ਔਰ ਕੀ ਹੈਗਾ। ਸਾਰੇ ਸਾਡੇ ਦਰਸ਼ਕਾਂ ਦੀਆਂ, ਚਾਹੇ ਬਾਹਰ ਬੈਠੇ ਆ ਚਾਹੇ ਬਾਹਰਲੇ ਸੂਬਿਆਂ 'ਚ, ਪੂਰੇ ਹਿੰਦੁਸਤਾਨ 'ਚ ਨਜ਼ਰਾਂ ਲੋਕਾਂ ਦੀਆਂ ਜਿਹੜਾ ਕੇਂਦਰੀ ਬਜਟ 'ਤੇ ਹੈਗੀਆਂ ਕਿ ਉਹ ਲੋਕ ਚਾਹੁੰਦੇ ਨੇ ਕਿ ਇਹਦੇ ਵਿੱਚ ਕੀ ਸਹੂਲਤਾਂ ਮਿਲੀਆਂ। ਔਰ ਤੁਸੀਂ ਵੀ ਕੁਛ ਨਾ ਕੁਛ ਪ੍ਰਤੀਕਿਰਿਆ ਕਰੋਗੇ। ਮੇਰਾ ਖਿਆਲ ਪ੍ਰਤੀਕਿਰਿਆ ਤਾਂ ਇਹੀ ਹੈ ਕਿ ਪੂਰੇ ਸਾਲ ਦਾ ਲੇਖਾ ਜੋਖਾ ਹੈ ਜੀ ਔਰ ਲੇਖੇ ਜੋਖੇ ਦੇ ਵਿੱਚ ਇੱਕ ਬੈਲੈਂਸ ਸ਼ੀਟ ਤਿਆਰ ਹੋਈ ਹੈ ਕਿ ਦੇਸ਼ ਦੇ ਕੋਲ ਕੀ ਨਫਾ ਤੇ ਕੀ ਨੁਕਸਾਨ ਹੋਇਆ। ਹਾਲਾਂਕਿ ਬਹੁਤ ਸ਼ੁਰੂ ਤੋਂ ਹੀ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਜਿਹੜੇ ਬਜਟ ਬਣਨੇ ਸ਼ੁਰੂ ਹੋਏ ਨੇ, ਉਹਦਾ ਅਸਰ ਅਗਲੇ ਬਜਟ 'ਤੇ ਪੈਂਦਾ ਹੀ ਪੈਂਦਾ ਹੈ। ਹੁਣ ਪਿਛਲੇ ਬਜਟਾਂ ਦਾ ਅੱਜ ਦੇ ਬਜਟ ਦੇ ਉੱਤੇ ਵੀ ਅਸਰ ਪੈਣਾ ਹੈ, ਕਿਉਂਕਿ ਉਹ ਇਕਨੋਮਿਕ ਸਥਿਤੀ ਜੋ ਬਣੀ ਹੋਈ ਹੈ ਇਸ ਵਕਤ
ਉਹਦਾ ਅਸਰ ਯਕੀਨਨ ਪਏਗਾ। ਸੋ ਇਸ ਵਕਤ ਸਭ ਤੋਂ ਜ਼ਿਆਦਾ ਧਿਆਨ ਇਹ ਹੈ ਕਿ ਜੇਬ ਦੇ ਵਿੱਚ ਕਿੰਨੇ ਪੈਸੇ ਨੇ ਤੇ ਕਿੰਨੇ ਪੈਸੇ ਹੋਰ ਲਿਆਉਣੇ ਨੇ ਤਾਂ ਕਿ ਦੇਸ਼ ਨੂੰ ਅੱਗੇ ਚਲਾਇਆ ਜਾ ਸਕੇ। ਮਹਿੰਗਾਈ ਤਾਂ ਹੁਣ ਪਤਾ ਨਹੀਂ ਕਿਵੇਂ ਰੁਕੇਗੀ, ਇਹ ਤਾਂ ਕੋਈ ਵੈਸੇ ਮੂਲ ਮੁੱਦਾ ਮਹਿੰਗਾਈ ਆ। ਚਾਹੇ ਪੈਸੇ ਲੋਕਾਂ ਕੋਲ ਘੱਟ ਹੋਣ, ਜੇ ਬਟੂਏ ਖਾਲੀ ਵੀ ਹੋਣ, ਕੋਈ ਗੱਲ ਨਹੀਂ। ਮਹਿੰਗਾਈ ਜ਼ਿਆਦਾ ਤੇ ਫਿਰ ਪੰਡਾਂ ਦੀਆਂ ਪੰਡਾਂ ਪੈਸੇ ਖਰਚੋਗੇ ਤੇ ਫਿਰ ਚੀਜ਼ਾਂ ਤੁਹਾਡੀ ਰਸੋਈ ਲਈ ਆਉਣਗੀਆਂ। ਜੇ ਮਹਿੰਗਾਈ ਘੱਟ ਆ, ਦੁੱਧ ਸਸਤਾ ਵਾ, ਪੈਟਰੋਲ ਸਸਤਾ ਵਾ, ਡੀਜ਼ਲ ਸਸਤਾ ਵਾ, ਸਾਰੇ ਤੇਲ, ਮਿੱਟੀ ਦਾ ਤੇਲ ਸਸਤਾ ਵਾ, ਚੀਜ਼ਾਂ ਅਨਾਜ ਸਸਤਾ ਵਾ, ਫਿਰ ਕੋਈ ਪ੍ਰਵਾਹ ਨਹੀਂ। ਪਰ ਐਤਕੀ ਇਹਨਾਂ ਨੇ ਕਹਿਤਾ ਕਿ 80 ਕਰੋੜ ਲੋਕਾਂ ਨੂੰ ਅਨਾਜ ਜਿਹੜਾ ਮੁਫਤ ਦਿੱਤਾ ਜਾਊਗਾ। ਨਵੀਂ ਸਕੀਮ ਆਈ ਇਹਨਾਂ ਦੀ, ਔਰ ਦੇਖ ਲਓ ਇਹ ਵੀ ਖੁਸ਼ੀ ਦਾ ਵੱਡਾ ਪ੍ਰਗਟਾਵਾ ਕਿ ਜਿਹਦੇ ਵਿੱਚ ਇਹਨਾਂ ਨੇ ਕਹਿਤਾ ਕਿ 130 ਕਰੋੜ ਤੋਂ 80 ਕਰੋੜ ਲੋਕ ਜਿਹੜੇ ਆ ਫ੍ਰੀ ਅਨਾਜ ਲੈਣਗੇ। ਜਿਹੜੀਆਂ ਪ੍ਰਾਈਮ ਮਿਨਿਸਟਰ ਦੀਆਂ ਯੋਜਨਾ ਨੇ ਉਹਨਾਂ ਨੂੰ ਵੀ ਲਾਗੂ ਕਰਨ 'ਚ ਇਹਨਾਂ ਨੇ ਇੱਕ ਕਿਆਸਰੀਆਂ ਲਾਤੀਆਂ, ਉਹ ਵੀ ਹੋ ਰਹੀਆਂ ਜਿਹੜੀਆਂ ਹੋ ਵੀ। ਆਵਾਸ ਯੋਜਨਾ, ਜਿਨ੍ਹਾਂ ਵਿੱਚ ਜਿਹੜੇ ਲੋਕ ਵਿਚਾਰੇ ਬੇਘਰੇ ਨੇ ਉਹਨਾਂ ਨੂੰ ਵੀ ਘਰ ਬਣਾਉਣ ਲਈ ਇਹਨਾਂ ਨੇ ਕਿਹਾ। ਸਾਰੀਆਂ ਗੌਰਮੈਂਟ, ਖੰਨਾ ਜੀ ਤੁਸੀਂ ਵੀ ਖੁਦ ਐਨਾਲਿਸਿਸ ਕਰਦੇ ਜੇ, ਚੈਨਲਾਂ 'ਤੇ ਬੋਲਦੇ ਜੇ, ਦੂਰਦਰਸ਼ਨ ਦੇ ਵਧੀਆ ਐਂਕਰ ਵੀ ਜੇ, ਪਰ ਇਸ ਗੱਲ ਨਾਲ ਇਹ ਗੱਲ ਜੋੜੋ ਕਿ ਜਦੋਂ ਤੱਕ ਵੀ ਸ਼ੁਰੂ ਹੁੰਦਾ 4 ਸਾਲ ਸਰਕਾਰ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਲੋਕ ਕਿੱਥੇ ਆ ਤੇ ਅਸੀਂ ਕਿੱਥੇ ਆ, ਪਾਰਲੀਮੈਂਟ ਕਿੱਥੇ ਤੇ ਸਾਰਾ ਯੋਜਨਾਵਾਂ ਕਿੱਥੇ ਆ। ਆਖਰੀ ਸਾਲ ਦੇ ਵਿੱਚ ਸਾਰਾ ਕੁਝ ਲੋਕਾਂ ਲਈ ਆ ਕੇ ਦਿੱਤਾ ਜਾਂਦਾ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਨੂੰ ਨਾ ਭੁੱਲਣਾ, ਅਗਲੀ ਇਲੈਕਸ਼ਨ ਆ ਗਈ ਆ ਔਰ ਸਾਡੇ ਬੂਹੇ ਬੈਠੀ ਆ, ਦੇ ਬੂਹੇ ਬੈਠੀ ਜੰਝ ਤੇ ਵਿੰਨੋ ਕੁੜੀ ਦੇ ਕੰਨ। ਉਹ ਗੱਲ ਹੁੰਦੀ ਕਿ ਹੁਣ ਬੂਹੇ ਬੈਠ ਆ ਗਈ ਆ ਇਲੈਕਸ਼ਨ ਤੇ ਹੁਣ ਸਾਰਾ ਕੁਝ ਉਹਨਾਂ ਨੂੰ ਮੁਹੱਈਆ ਕਰ ਦਿਓ, ਸਹੂਲਤਾਂ ਦੇ ਦਿਓ। ਫਿਰ ਉਹੀ ਫ੍ਰੀ ਦਾ ਰਾਸ਼ਨ, ਫ੍ਰੀ ਬੀਜ਼ ਪੋਲਿਟਿਕਸ ਗੱਲ ਇੱਥੇ ਆ ਜਾਏਗੀ। ਜਿਹੜਾ ਫ੍ਰੀ ਦਾ ਕੁਝ ਵੀ ਨਹੀਂ ਹੋਏਗਾ, ਇਹਦਾ ਬੋਝ ਪਏਗਾ ਜਨਤਾ ਤੇ ਪਏਗਾ। ਰਿਓੜੀ ਕਲਚਰ ਵਾਲਾ ਗੱਲ ਹੈ ਜਿਹੜੀ ਕਿਤੋਂ ਕਿਤੋਂ ਫਿਰ ਬੋਝ ਪਏਗਾ, ਕਿਉਂਕਿ ਗਵਰਨਮੈਂਟ ਨੇ ਕਿੱਥੋਂ ਲਿਆਉਣਾ, ਪਬਲਿਕ ਦੀ ਜੇਬ ਚੋਂ ਹੀ ਲੈਣਾ। ਜੇ ਫ੍ਰੀ ਵੰਡੋਗੇ ਤਾਂ ਕਿਤੇ ਹੋਰ ਬੋਝ ਪੈਣਾ, ਟੈਕਸ ਤਾਂ ਉੱਥੋਂ ਆਏਗਾ। ਜਾਂ ਤਾਂ ਜਿਹੜੇ ਵੱਡੇ ਵੱਡੇ ਕਾਰਪੋਰੇਟਸ ਨੇ ਇਹਨਾਂ ਉੱਤੇ ਠੋਕ ਕੇ ਟੈਕਸ ਲਗਾ ਦਿਓ, ਉੱਥੋਂ ਕਾਫੀ ਪੈਸਾ ਆ ਜਾਣਾ, ਫਿਰ ਉਸ ਤੋਂ ਬਾਅਦ ਵੰਡੀ ਜਾਓ। ਆਮ ਜਨਤਾ ਕੋਲ ਕਿੰਨਾ ਖਾਏਗਾ ਜਿਹੜਾ ਉਹਨਾਂ ਕੋਲ ਖਿੱਚ ਕੇ ਚਲਾਉਂਦੇ ਆ। ਯੋਜਨਾ ਉਹਨਾਂ ਦੇ ਲਈ ਬਣਦੀਆਂ, ਉਹਨਾਂ ਲਈ ਸਾਰੀ ਜਿਹੜੀ ਮਸ਼ੀਨਰੀ ਘੁੰਮਦੀ ਉਹਨਾਂ ਦੁਆਲੇ ਸਰਕਾਰ ਦੀ, ਕਾਰਪੋਰੇਟ ਹੀ ਆਲਾ ਦੁਆਲਾ ਹੈ ਸਾਰਾ। ਤੁਸੀਂ ਦੇਖੋ ਜਿਹੜੀ ਹਿਡਨਬਰਗ ਦੀ ਰਿਪੋਰਟ ਆਈ ਹੈ ਹੁਣ, ਅਮਰੀਕਾ ਦੀ ਜਿਹੜੀ ਰਿਸਰਚ ਏਜੰਸੀ ਹੈ, ਔਰ ਅਡਾਨੀ ਗਰੁੱਪ ਦੇ ਉੱਤੇ ਜੋ ਉਹਨਾਂ ਦੀ ਸਮੀਖਿਆ ਆਈ ਹੈ, ਸਭ ਕੁਝ ਐਕਸਪੋਜ਼ ਕਰਕੇ ਰੱਖ ਦਿੱਤਾ। ਜੀ ਇਸ ਵਕਤ ਕਈ ਸਾਰਾ ਖੋਲਤਾ ਪਰਦਾ ਨਾ, ਸਾਰਾ ਚੈਪਟਰ ਓਪਨ ਕਰਤਾ। ਕਈ ਭਾਰਤ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਪੈਸਾ ਲੱਗਾ ਹੋਇਆ, ਹੁਣ ਪੈਸਾ ਸੰਸਥਾਵਾਂ ਦਾ ਤਾਂ ਨਹੀਂ ਹੈਗਾ, ਆਮ ਲੋਕਾਂ ਦਾ ਪੈਸਾ। ਸਹੀ ਗੱਲ। ਹੁਣ ਆਮ ਲੋਕਾਂ ਦਾ ਪੈਸਾ ਕਿੱਧਰ ਜਾ ਰਿਹਾ ਹੈ, ਆਮ ਲੋਕਾਂ ਦੇ ਪੈਸੇ ਦਾ ਨੁਕਸਾਨ ਹੋ ਰਿਹਾ ਹੈ, ਉਹ ਕਿੱਧਰ ਜਾ ਰਿਹਾ ਹੈ, ਇਹ ਸਾਰਾ ਰਿਸਪੌਂਸਿਬਲ ਕੌਣ ਹੈ, ਕੌਣ ਜਵਾਬਦੇਹ ਹੈ ਇਹਦਾ। ਸੋ ਇਹ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ। ਚਲੋ ਆਪਾਂ ਅੱਗੇ ਵਧਦੇ ਹਾਂ, ਸ਼ਾਮ ਤੱਕ ਕਲੀਅਰ ਹੋਏਗਾ ਕਿ ਬਜਟ ਕੀ ਕਹਿੰਦਾ, ਕਿੱਧਰ ਨੂੰ ਸਾਰਾ ਕਲੀਅਰ ਰੁਖ ਹੈ, ਔਰ ਕਿੱਧਰ ਦੀ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਜਿਵੇਂ ਕਹਿੰਦੇ ਨੇ। ਮੀਡੀਆ ਤੇ ਵੀ ਆ ਜਾਣਾ, ਲੋਕਾਂ 'ਚ ਬਿਲਕੁਲ ਡੋਰ ਟੂ ਡੋਰ ਪਹੁੰਚ ਜਾਣਾ। ਜੀ ਬਿਲਕੁਲ ਠੀਕ ਹੈ ਜੀ। ਅੱਗੇ ਆਪਾਂ ਪਹੁੰਚਦੇ ਹਾਂ ਕਿ ਅਮਰੀਕਾ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ 16 ਤੋਂ 18 ਸਾਲ ਦੇ ਬੱਚਿਆਂ ਤੱਕ ਰੋਕਣ ਦੀ ਤਜਵੀਜ਼ ਜਾਰੀ ਹੋ ਸਕਦੀ ਹੈ। ਹਜੇ ਤਜਵੀਜ਼ ਹੈ, ਐਡਵਾਈਜ਼ਰੀ ਕਮੇਟੀ ਬੈਠੀ, ਪ੍ਰਪੋਜ਼ਲ ਹੈ। ਖੰਨਾ ਜੀ ਬਹੁਤ ਤੁਹਾਡੀ ਵਧੀਆ ਗੱਲ ਹੈ ਕਿ ਤੁਸੀਂ ਸਿੱਧਾ ਹੀ ਇੰਡੀਆ ਤੋਂ ਬਜਟ ਤੋਂ ਬਾਅਦ ਸਿੱਧੀ ਉਡਾਰੀ ਅਮਰੀਕਾ ਦੀ ਹੈ ਨਾ, ਔਰ ਇਹ ਵਾਸ਼ਿੰਗਟਨ ਤੋਂ ਛਾਇਆ ਹੋਈ ਹੈ ਨਿਊਜ਼। ਉਹਦੇ ਵਿੱਚ ਜਿੰਨੇ ਵੀ ਉਹਦੇ ਵਿੱਚ ਡਾਕਟਰ ਨੇ, ਸਿਆਣੇ ਨੇ, ਆਲੋਚਕ ਨੇ, ਜਾਂ ਜਿਹਦੇ ਵਿੱਚ ਸੰਸਥਾਵਾਂ ਨੇ, ਉਹਨਾਂ ਨੇ ਮੁੱਦਾ ਅੱਗੇ ਲੈ ਕੇ ਆਈਆਂ ਨੇ, ਫਾਰਵਰਡ ਕੀਤਾ ਗੌਰਮੈਂਟ ਨੂੰ ਵੀ ਤੇ ਕੰਪਨੀਆਂ ਨੂੰ। ਉਹਨਾਂ ਨੇ ਕਹਿਤਾ ਕਿ ਜੇ ਦੇਸ਼ ਦਾ ਜਵਾਨ ਤੇ ਬੱਚੇ ਸੁਰਖਰੂ ਨੇ ਔਰ ਉਹਨਾਂ ਨੂੰ ਅਸੀਂ ਬਚਾ ਕੇ ਰੱਖਿਆ ਸੋਸ਼ਲ ਮੀਡੀਆ ਤੋਂ, ਤੇ ਦੇਸ਼ ਨੂੰ ਕੋਈ ਵੀ ਤਾਕਤ ਜਿਹੜੀ ਆ ਉਹ ਨੁਕਸਾਨ ਨਹੀਂ ਪਹੁੰਚਾ ਸਕਦੀ। ਔਰ ਇਹ 'ਤੇ ਬੜੇ ਤਕੜੇ ਪਰਚੇ ਤੇ ਖੋਜ ਪੱਤਰ ਰਿਸਰਚ ਵਰਕ ਹੋਇਆ। ਔਰ ਉਹਨਾਂ ਨੇ ਕਹਿਤਾ ਕਿ ਪਹਿਲਾਂ ਜਿਹੜੇ ਸਟਿਲ 13 ਸਾਲ ਤੱਕ ਉਮਰ ਸੀਗੀ ਕਿ ਇਹਨਾਂ ਨੂੰ ਸੋਸ਼ਲ ਮੀਡੀਆ 'ਚ ਇਨਵੋਲਵਮੈਂਟ ਨਾ ਹੋਣ ਦਿਓ। ਹੁਣ ਨਵਾਂ ਪ੍ਰਪੋਜ਼ਲ ਜਿਹੜਾ ਆਇਆ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ 16 ਤੋਂ 18 ਸਾਲ ਤੱਕ ਜਿਹੜੇ ਬੱਚੇ ਨੇ ਉਹਨਾਂ ਨੂੰ ਬਚਾ ਲਓ, ਕਿਉਂਕਿ ਉਹਨਾਂ ਨੂੰ ਅਡੋਲਸੈਂਟ ਪੀਰੀਅਡ ਦੇ ਵਿੱਚ ਕਿਹਾ ਜਾਂਦਾ, ਕਿਸ਼ੋਰ ਅਵਸਥਾ 'ਚੋਂ ਗੁਜ਼ਰ ਰਹੇ ਹੁੰਦੇ ਬੱਚੇ। ਬੜਾ ਸੈਂਸਿਟਿਵ ਪਾਰਟ ਆਫ ਲਾਈਫ ਹੁੰਦਾ ਇਹਨਾਂ ਕੋਲ। ਬਚਪਨ ਹੋਰ ਤਰ੍ਹਾਂ ਦਾ ਹੈਗਾ, ਜਦੋਂ ਅਡੋਲਸੈਂਟ ਪੀਰੀਅਡ ਆ ਜਾਂਦਾ, ਬੱਚਾ ਜਵਾਨੀ 'ਚ ਪੈਰ ਧਰਦਾ, ਉਹਦੀ ਗਰੋਥ ਬੜੀ ਫਾਸਟ ਹੁੰਦੀ ਆ, ਖਾਸ ਕਰਕੇ ਕੁੜੀਆਂ ਦੀ ਜਿਹੜੀ ਗਰੋਥ ਹੈ ਬੜੀ ਤੇਜ਼ ਗਰੋਥ ਹੁੰਦੀ ਹੈ। ਮੁੰਡੇ ਜਿਹੜਾ ਥੋੜ੍ਹਾ ਜਿਹਾ ਉਸ ਤਰ੍ਹਾਂ ਦੀ ਵੱਧਦੇ। ਤਾਂ ਹੀ ਪੰਜਾਬ 'ਚ ਅੱਗੇ ਕਹਿੰਦੇ ਸੀ ਵੀ ਕੁੜੀਆਂ ਜਿਹੜੀਆਂ ਡੇਕ ਵਾਂਗ ਵੱਧ ਗਈਆਂ, ਵੱਡੀਆਂ ਹੋ ਗਈਆਂ, ਕੋਠੇ ਜਿੱਡੀਆਂ ਕੁੜੀਆਂ ਹੋ ਗਈਆਂ, ਵੱਧ ਜਾਂਦੀਆਂ ਇਸੇ ਕਰਕੇ। ਔਰ ਉਹਨਾਂ ਦੇ ਲਈ ਵਿਆਹ ਵੀ ਛੇਤੀ ਹੁੰਦਾ ਕੁੜੀਆਂ ਦਾ। ਜੇ ਉਹ ਵੀ ਕੰਪੈਰੀਜ਼ਨ ਅਸੀਂ ਕਰਦੇ ਹਾਂ, ਮੁੰਡਾ ਅਤੇ ਕੁੜੀ ਦਾ ਜਿਹੜਾ ਫਰਕ ਹੁੰਦਾ 5-6 ਸਾਲ ਦਾ ਫਰਕ ਹੁੰਦਾ, ਇਸੇ ਕਰਕੇ ਕੀਤਾ ਜਾਂਦਾ। ਕੁੜੀਆਂ ਛੇਤੀ ਮੈਚਿਓਰ ਹੋ ਜਾਂਦੀਆਂ ਅਤੇ ਛੇਤੀ ਵੱਡੀ ਉਮਰ 'ਚ ਆ ਜਾਂਦੀਆਂ। ਔਰ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਆਲ ਓਵਰ ਵਰਲਡ ਜਿੱਥੇ ਵੇਖ ਲਓ ਬੱਚੇ ਸੰਵੇਦਨਸ਼ੀਲ ਹੁੰਦੇ ਆ, ਇਹਨਾਂ ਦੇ ਬਚਾਓ ਲਈ ਸਾਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਤੋਂ
ਬਚਾਇਆ ਜਾਵੇ, ਕਿਉਂਕਿ ਸੋਸ਼ਲ ਮੀਡੀਆ 'ਤੇ ਪੋਸਟਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਔਰ ਉਹਦੇ ਵਿੱਚ ਅਸ਼ਲੀਲਤਾ ਨਾਲ ਵੀ ਭਰੀਆਂ ਹੁੰਦੀਆਂ, ਕਈ ਕੁਛ ਹੁੰਦਾ ਔਰ ਕਈ ਫੇਕ ਹੁੰਦੀਆਂ ਔਰ ਕਈ ਸੱਚ ਤੋਂ ਬਹੁਤ ਦੂਰ ਹੁੰਦੀਆਂ। ਇਸ ਕਰਕੇ ਉਹਨਾਂ ਕਿਹਾ ਕਿ ਸੁਪਰ ਕੰਟਰੀ ਆ, ਲੋਕ ਜਿਹੜੇ ਆ ਉੱਥੇ ਬੱਚੇ ਜਿਹੜੇ ਉਹਨਾਂ ਨੂੰ ਆਂਦੇ ਇਕੱਲੇ ਨਾ ਰੱਖੋ ਔਰ ਬੱਚਿਆਂ ਦੇ ਵਿੱਚ ਆਪ ਮਿਲ ਕੇ ਰਹੋ। ਤੁਸੀਂ ਵੀ ਇੱਥੇ ਇੰਡੀਆ 'ਚ ਜਾਂ ਪੰਜਾਬ 'ਚ ਗੱਲ ਕਰੋ, ਐਤਵਾਰ ਜਾਂ ਸ਼ਨੀਚਰਵਾਰ ਤੁਸੀਂ ਜਾਂਦੇ ਜੇ ਤਾਂ ਬੱਚੇ ਤੁਹਾਡੇ 'ਤੇ ਗੁੱਸੇ 'ਚ ਆਉਂਦੇ ਆ ਕਿ ਇਹ ਸਾਡੇ ਘਰ ਕੀ ਲੈਣ ਆ ਗਿਆ, ਅਸੀਂ ਤਾਂ ਅੱਜ ਕੰਪਿਊਟਰ ਦੇ ਬਹਿਣਾ ਸੀ, ਅਸੀਂ ਤਾਂ ਸੋਸ਼ਲ ਮੀਡੀਆ ਨਾਲ ਟੱਚ ਸੀਗੇ, ਅੱਜ ਸਾਡੇ ਦਿਨ ਲਈ ਖੁੱਲ੍ਹਾ ਸੀਗਾ। ਹੋਰ ਇਹਨਾਂ ਨੇ ਕਹਿਤਾ ਕਿ ਸਕੂਲਾਂ ਦੇ ਵਿੱਚ ਵੀ ਅਧਿਆਪਕਾਂ ਨੂੰ ਇਹ ਹਦਾਇਤਾਂ ਜਾਰੀ ਕਰ ਦਿਓ, ਉਹ ਵੀ ਖਿਆਲ ਰੱਖਣ ਕਿ ਮੋਬਾਈਲ ਲੁਕਾ ਕੇ ਬੁੱਕਲ ਦੇ ਵਿੱਚ ਰੱਖ ਕੇ ਅਤੇ ਉਹਦੇ ਵਿੱਚ ਮੂੰਹ ਭਰ ਕੇ ਨਾ ਬੋਲਣ ਜਾਂ ਕਰੀ ਜਾਣ ਗੱਲਾਂ। ਇਸੇ ਤਰ੍ਹਾਂ ਹੁਣ ਸਰਦੀਆਂ ਦੇ ਦਿਨ ਬੱਚੇ ਰਜਾਈ ਦੇ ਵਿੱਚ ਮੋਬਾਈਲ ਪਾ ਲੈਂਦੇ ਆ ਅਤੇ ਉਹਦੇ ਵਿੱਚ ਆਪੇ ਗੱਲਾਂ ਕਰਦੇ ਰਹਿੰਦੇ ਆ। ਵਾਇਸ ਜਿਹੜੀ ਆ ਉਹ ਬੰਦ ਕੀਤੀ ਹੁੰਦੀ ਆ, ਹੈੱਡਫੋਨ ਕੰਨਾਂ ਨੂੰ ਲਾਇਆ ਹੁੰਦਾ ਔਰ ਇਹ ਬੜਾ ਸੈਂਸਿਟਿਵ ਏਰੀਆ ਹੈਗਾ ਬੱਚਿਆਂ ਦਾ। ਮੇਰਾ ਖਿਆਲ ਹੈ ਇੰਡੀਆ ਨੂੰ ਵੀ ਇਹਦੇ ਨਾਲ ਸ਼ਮੂਲੀਅਤ ਲੈਣੀ ਚਾਹੀਦੀ ਹੈ, ਕਿਉਂਕਿ ਕਈ ਗੱਲਾਂ 'ਚ ਅਮਰੀਕਾ ਇਸ ਕਰਕੇ ਗੱਲ ਅੱਗੇ ਹੁੰਦਾ। ਯੂਰਪੀਅਨ ਕੰਟਰੀਆਂ 'ਚ ਵੀ ਬਹੁਤ ਲੋਕ ਇਸ ਬਾਰੇ ਗੱਲਾਂ ਕਰ ਰਹੇ ਆ ਕਿ ਬੱਚਿਆਂ ਨੂੰ ਬਚਾਇਆ ਜਾਵੇ। ਅਮਰੀਕਾ ਨੇ ਪਹਿਲ ਕਰ ਦਿੱਤੀ ਔਰ ਬਾਕੀ ਦੇਸ਼ਾਂ 'ਚ ਵੀ ਵੱਡੀ ਪਹਿਲ ਹੋਈ ਆ। ਇਸ ਕਰਕੇ ਇੰਡੀਆ ਨੂੰ ਇਹਦੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਸਾਡੇ ਬੱਚੇ ਤਾਂ ਪਹਿਲਾਂ ਹੀ ਬਾਹਰ ਬੈਠੇ ਆ, ਪੜ੍ਹ ਰਹੇ ਆ, ਸਾਰਾ ਕੁਝ ਹੋ ਰਿਹਾ। ਗੱਲ ਇਹ ਹੈ ਨਾ ਕਿ ਰੂਲ ਪਾਸ ਹੋ ਗਿਆ ਜੀ, ਚਲੋ ਠੀਕ ਹੈ, ਆਪਾਂ ਮੰਨ ਲਿਆ ਕਿ 16 ਸਾਲ ਤੋਂ ਘੱਟ ਦੀ ਏਜ ਦੇ ਬੱਚਿਆਂ ਨੂੰ ਅਲਾਉ ਨਹੀਂ ਹੈਗਾ ਸੋਸ਼ਲ ਮੀਡੀਆ। ਕੀ ਕਰੋਗੇ, ਕਿੱਦਾਂ ਰੋਕੋਗੇ? ਇਹ ਤਾਂ ਰੂਲ ਪਾਸ ਹੋ ਗਿਆ, ਇਟਸ ਓਕੇ, ਰੋਕੋਗੇ ਕਿੱਦਾਂ? ਇਹਦੇ ਵਿੱਚ ਜਿੱਦੀ ਇਹ 'ਚ ਤਿੰਨਾਂ ਚਾਰ ਚੀਜ਼ਾਂ ਦਾ ਗੱਲ ਹੈਗੀ ਹੈ। ਇੱਕ ਤਾਂ ਪੁਲਿਸ ਵੀ ਹੈਗੀ ਹੈ, ਐਡਮਿਨਿਸਟ੍ਰੇਸ਼ਨ ਵੀ ਹੈਗੀ ਹੈ, ਇੱਕ ਪਤਾ ਕੌਣ ਹੈ ਸਕੂਲ ਟੀਚਰ, ਇੱਕ ਪਤਾ ਕੌਣ ਹੈਗਾ ਗਾਰਡੀਅਨ, ਉਹਦੇ ਵਿੱਚ ਹੈਗੇ ਪੇਰੈਂਟਸ। ਇਹ ਰਲ ਕੇ ਕੰਮ ਕਰਨਗੇ ਤਦ, ਕਿਉਂਕਿ ਬੱਚੇ ਨੂੰ ਉੱਧਰ ਤੁਹਾਨੂੰ ਪਤਾ ਹੈ ਜਦੋਂ ਬੱਚੇ ਨੂੰ ਤੰਗ ਕਰਦੇ ਆ ਪੁਲਿਸ ਵੀ ਕਰ ਦਿੰਦੇ ਆ, ਫੋਨ ਵੀ ਕਰ ਦਿੰਦੇ ਆ, ਪੁਲਿਸ ਵੀ ਆ ਸਕਦੀ ਹੈ ਨਾ। ਇਹ ਵੀ ਹੈ ਕਿਉਂਕਿ ਉਹਨਾਂ ਲੋਕਾਂ 'ਚ ਰਾਈਟਸ ਹੈਗਾ ਬੱਚਿਆਂ ਦਾ, ਸਾਡੇ ਨਹੀਂ ਹੈਗਾ। ਸਾਡੇ ਜੋ ਮਾਂ ਨੇ ਜਾਂ ਪਿਓ ਨੇ ਚਪੇੜ ਮਾਰੀ ਤਾਂ ਬੱਚਾ ਅੱਗੇ ਹੱਥ ਨਹੀਂ ਚੁੱਕੂਗਾ। ਜੇ ਉਹਨੇ ਰੋਕਿਆ ਦਬਕਾ, ਪਿਓ ਦਾ ਬਹੁਤ ਜ਼ਬਰਦਸਤ ਦਬਕਾ ਹੁੰਦਾ, ਉਹਨੇ ਕਹਿਣਾ ਵੀ ਬੰਦੇ ਦਾ ਪੁੱਤ ਬਣ ਕੇ ਬਹਿ ਜਾ ਇੱਥੇ, ਜੇ ਮੋਬਾਈਲ ਰੱਖ ਲਿਆ ਤਾਂ ਤੈਨੂੰ ਮੈਂ ਦੇਖ ਲੂੰਗਾ। ਇਹ ਸਖਤੀ ਕੌਣ ਵਰਤਣਗੇ? ਮਾਂ ਪਿਓ। ਟੀਚਰ ਵੀ ਨਹੀਂ ਜ਼ਿਆਦਾ ਕਰ ਸਕਦਾ। ਟੀਚਰ ਨੂੰ ਕੁੱਟਣਾ, ਮਾਰਨਾ, ਫਿਜ਼ੀਕਲ ਟਾਰਚਰ ਕਰਨਾ ਪਾਬੰਦ ਆ। ਬਿਲਕੁਲ ਜੀ, ਸਾਡੇ ਤਾਂ ਇੱਥੇ ਹੈ ਨਾ ਕਿ ਪਾਪਾ ਜੀ ਸਾਡੇ ਜੁੱਤੀ ਫੇਰ ਦਿੰਦੇ ਨੇ ਫੜ ਕੇ, ਔਰ ਬੰਦਾ ਸੋਚਦਾ ਰਹਿੰਦਾ ਕਿ ਇਹ ਜੁੱਤੀ ਦੀ ਖੋਜ ਕਿਉਂ ਹੋਈ ਸੀ, ਇਹ ਕੁੱਟ ਖਾਣ ਵਾਸਤੇ ਹੋਈ ਸੀ ਕਿ ਪੈਰਾਂ 'ਚ ਪਾਉਣ ਵਾਸਤੇ ਹੋਈ ਸੀ? ਤਾਂ ਇਸ ਗੱਲ ਸਮਝ ਨਹੀਂ ਆਉਂਦੀ। ਡੰਡਾ ਪੀਰੇ ਕਹਿੰਦੇ, ਡੰਡਾ ਪੀਰੇ ਵਿਗੜਿਆਂ ਤਿਗੜਿਆਂ ਦਾ। ਡੰਡਾ ਜੇ ਹੈਗਾ ਤਾਂ ਸਾਰਾ ਕੁਝ ਹੈਗਾ। ਕਹਿੰਦੇ ਬਜ਼ੁਰਗ ਜਦੋਂ ਆਉਂਦਾ ਸੀ ਨਾ ਅਤੇ ਜਦੋਂ ਫਾਦਰ ਆ ਰਿਹਾ ਅਤੇ ਗਲੀ ਵਿੱਚੋਂ ਖੰਗੂਰਾ ਮਾਰਦਾ ਤਾਂ ਸਾਰੇ ਨੁਕਰੋਂ ਨੁਕਰੀ ਲੁਕ ਜਾਂਦੇ। ਨੌਂ ਵੀ ਕਹਿੰਦੀਆਂ ਬਾਪੂ ਆ ਗਿਆ, ਬਾਪੂ ਖੰਗੂਰਾ ਮਾਰ ਕੇ ਆਉਂਦਾ ਸੀਗਾ ਕਿ ਮੈਂ ਆ ਗਿਆ ਜੀ। ਕੁੜੀਆਂ ਜਾਂ ਨੌਂ ਘੁੰਡ ਕੱਢ ਲੈਂਦੀਆਂ ਸੀ ਔਰ ਸਾਰੇ ਘਰ 'ਚ ਸ਼ਾਂਤੀ ਹੁੰਦੀ ਸੀ। ਇਹ ਗੱਲ ਅੱਛੀ ਸੀਗੀ, ਪਰ ਹੁਣ ਇਹਦੀ ਆਲੋਚਨਾ ਵੀ ਹੋ ਰਹੀ ਹੈ ਕਿ ਕਿਉਂ ਜਿਹਦਾ ਫਾਦਰ ਸੀਗਾ ਉਹ ਬੜਾ ਵੱਡਾ ਡਿਕਟੇਟਰ ਬਣ ਕੇ ਆਉਂਦਾ ਸੀਗਾ, ਪਰ ਉਸ ਡਿਕਟੇਟਰਸ਼ਿਪ ਨੇ ਮੁੰਡੇ ਵੀ ਪੜ੍ਹਾ ਦਿੱਤੇ। ਘਰਾਂ 'ਚ ਕੋਈ ਰੌਲਾ ਨਹੀਂ ਰਿਹਾ, ਘਰਾਂ 'ਚ ਅੱਡੋ ਫਾਟ ਨਹੀਂ ਹੋਏ, ਜੁਆਇੰਟ ਫੈਮਿਲੀ ਰਹੀ ਔਰ ਇਸੇ ਕਰਕੇ ਹੁਣ ਵਿਗੜ ਗਿਆ ਕੰਮ। ਹੁਣ ਤੁਹਾਨੂੰ ਜੁਆਇੰਟ ਫੈਮਿਲੀ ਤਾਂ ਇੰਡੀਆ 'ਚ ਕਿਤੇ ਨਜ਼ਰ ਨਹੀਂ ਆਉਂਦੀ। ਦੂਜੇ ਪਾਸੇ ਇੱਕ ਦੋ ਬੱਚੇ ਆ, ਉਹ ਵੀ ਲਾਡਲੇ ਆ, ਹੈ ਨਾ, ਉਹਨਾਂ ਨੂੰ ਪੜ੍ਹਾਉਣਾ ਵੀ ਔਖਾ ਹੁੰਦਾ। ਜੇ ਉਹ ਵਿਟਰ ਗਏ, ਜੇ ਕਿਤੇ ਉਹਨਾਂ ਨੇ ਨਲਾਇਕੀਬਾਜ਼ੀ ਕਰ ਦਿੱਤੀ ਤੇ ਸਾਰਾ ਕੰਮ ਖੂਹ 'ਚ ਬਾਹਰ। ਬਿਲਕੁਲ ਸਹੀ ਗੱਲ ਹੈ। ਚਲੋ ਆਪਾਂ ਅੱਗੇ ਵਧਦੇ ਹਾਂ। ਕੈਨੇਡਾ ਵਿੱਚ BBC ਵਿਵਾਦਿਤ ਡਾਕੂਮੈਂਟਰੀ ਫਿਲਮ ਦਿਖਾਈ ਗਈ, ਜਿਹੜੀ ਗੁਜਰਾਤ ਦੰਗਿਆਂ ਦੇ ਉੱਤੇ ਬਣੀ ਹੈ ਅਤੇ ਇਹਦੇ ਉੱਤੇ ਭਾਰਤ ਦੇ ਵਿੱਚ ਤਾਂ ਬੈਨ ਹੈ, ਪਰ ਪਿੱਛੇ ਜੇ ਆਪਾਂ ਦੇਖਿਆ ਕਿ 2 ਯੂਨੀਵਰਸਿਟੀਆਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਨਹੀਂ ਚੱਲਣ ਦਿੱਤੀ ਗਈ, ਪੁਲਿਸ ਫੋਰਸ ਬਹੁਤ ਜ਼ਿਆਦਾ ਆ ਗਈ। ਸੋ ਇਹ ਕੈਨੇਡਾ ਦੇ ਵਿੱਚ BBC ਦੀ ਇਹ ਡਾਕੂਮੈਂਟਰੀ ਦਿਖਾਈ ਗਈ ਹੈ, ਜੋ ਭਾਰਤ ਸਰਕਾਰ ਨੇ ਨਕਾਰੀ ਹੈ, ਬੈਨ ਕੀਤੀ ਹੈ ਭਾਰਤ ਦੇ ਵਿੱਚ। ਇਹ ਵੈਸੇ ਬੜੀ ਵਿਵਾਦਤ ਡਾਕੂਮੈਂਟਰੀ ਫਿਲਮ ਰਹੀ ਆ। ਇੰਡੀਆ 'ਚ ਤਾਂ ਇਹਨਾਂ ਨੇ ਬੈਨ ਕਰ ਦਿੱਤੀ ਆ। ਇਸ ਕਰਕੇ ਬੈਨ ਕਰਤੀ, ਉਹਨਾਂ ਨੇ ਕਹਿਤਾ ਕਿ 2002 ਦੇ ਵਿੱਚ ਜਿਹੜੇ ਗੁਜਰਾਤ 'ਚ ਦੰਗੇ ਹੋਏ ਸੀ, ਉਹਨਾਂ ਨੂੰ ਫਿਲਮਾ ਕੇ, ਉਹਨਾਂ ਦੇ ਵਿੱਚ ਕ੍ਰੀਏਸ਼ਨ ਕਰਕੇ, ਉਸੇ ਤਰ੍ਹਾਂ ਦਾ ਡਰਾਮਾਟਾਈਜ਼ ਕਰਕੇ ਉਹ ਬਣਾਈ ਗਈ ਹੈ। ਔਰ ਉਹਦੇ ਵਿੱਚ ਇੱਥੇ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਵੀ ਰੌਲਾ ਪਿਆ ਸੀਗਾ, ਉੱਥੇ ਵੀ ਰੁਕ ਗਿਆ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿੱਚ ਵੀ ਬੱਚਿਆਂ ਨੇ ਵੇਖੀ ਹੈ। ਉਦੋਂ ਤਾਂ ਇਹਨਾਂ ਨੇ ਕੰਟਰੋਲ ਕਰ ਲਈ, ਕਿਉਂਕਿ ਪੁਲਿਸ ਨੇ ਬੜੇ ਤਰੀਕੇ ਨਾਲ ਗ੍ਰਿਫਤਾਰ ਕਰਕੇ ਬੱਚਿਆਂ ਨੂੰ, ਮੁੰਡਿਆਂ ਨੂੰ, ਸਟੂਡੈਂਟਸ ਨੂੰ, ਤਾਂ ਉਹਨਾਂ ਨੇ ਇਹਦੇ ਪਿੱਛੇ ਕੋਈ ਰੌਲਾ ਨਹੀਂ ਰਹਿਣ ਦਿੱਤਾ। ਹੁਣ ਜਿਹੜੀ ਹੈ ਓਵਰਸੀਜ਼ ਬਾਹਰਲੇ ਦੇਸ਼ਾਂ ਚਲੇ ਗਈ ਹੈ ਔਰ ਉਹਦੇ ਵਿੱਚ ਕੈਨੇਡਾ 'ਚ ਖਾਸ ਤੌਰ 'ਤੇ ਇਹਦੀ ਸਕਰੀਨਿੰਗ ਹੋਈ ਹੈ। ਉਹਦੇ ਵਿੱਚ ਬੜੇ ਲੋਕਾਂ ਨੇ ਕੁਐਸਚਨ ਵੀ ਕੀਤੇ ਆ ਔਰ ਉਹਦੇ ਲੋਕਾਂ ਨੇ ਵੇਖਿਆ, ਖਾਸ ਕਰਕੇ ਜਿਹੜੇ ਏਸ਼ੀਅਨ ਕੰਟਰੀ ਨਾਲ ਰਿਲੇਟਡ ਉਹਨਾਂ ਨੇ ਵੇਖਿਆ। ਉਹਦੇ ਵਿੱਚ ਜੋ ਵੈਸੇ ਤਾਂ ਮੋਦੀ ਸਾਹਿਬ ਦੇ ਅਗੇਂਸਟ ਜਾ ਰਹੀ ਗੱਲ ਕਿ ਉਹਨਾਂ ਨੇ ਆਹ ਗੱਲ ਅਨਾਊਂਸ ਕੀਤੀ, ਆਹ ਕੁਝ ਕੀਤਾ, ਉਹਦੇ ਵਿੱਚ ਇਹ ਉਹਨਾਂ ਦੇ ਨਾਂ ਦੇ ਨਾਲ ਹੀ ਹੁੰਦੀ ਹੈ ਸ਼ੁਰੂ ਵੀ ਜਿਹੜੀ ਹੁੰਦੀ ਹੈ ਕੁਐਸਚਨ ਟੂ ਮੋਦੀ, ਉਹਦੇ ਨਾਲ ਇਹਦਾ ਟਾਈਟਲ ਵੀ ਇਸ ਤਰ੍ਹਾਂ ਦਾ ਹੀ ਹੈ। ਔਰ ਉਸ ਟਾਈਟਲ ਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਕਿਹਾ ਵੀ ਇਹ ਕੂੜ ਪ੍ਰਚਾਰ ਹੈ,
ਇਹ ਪ੍ਰੋਪੇਗੈਂਡਾ ਇਹਦੇ ਵਿੱਚ ਸਾਰਾ ਕੁਝ ਗਲਤ ਦਿਖਾਇਆ ਗਿਆ। ਔਰ BBC ਨੇ ਕਹਿਤਾ, ਉਹਨਾਂ ਨੇ ਇਹ ਕਹਿਤਾ ਕਿ ਸਾਡੀ ਜਿਹੜੀ ਡਾਕੂਮੈਂਟਰੀ ਹੁੰਦੀ ਹੈ ਜਾਂ ਅਸੀਂ ਜੋ ਫਿਲਮ ਕ੍ਰੀਏਟ ਕਰਦੇ ਹਾਂ ਉਹਦੇ 'ਚ ਕੋਈ ਗਲਤ ਨਹੀਂ ਹੁੰਦਾ, ਇਟਸ ਬੇਸਡ ਔਨ ਆਲ ਟਰੁੱਥ। ਉਹਨਾਂ ਨੇ ਕਹਿਤਾ ਕਿ ਸੱਚ 'ਤੇ ਆਧਾਰਿਤ ਡਾਕੂਮੈਂਟਰੀ ਅਸੀਂ ਬਣਾਈ ਆ ਜੀ। ਇਸ ਦਸਤਾਵੇਜ਼ੀ ਨੇ ਵੈਸੇ ਕੈਨੇਡਾ 'ਚ ਵੀ ਲੋਕਾਂ ਨੂੰ ਬੜਾ ਨੇੜੇ ਲੈਂਦਾ ਔਰ ਲੋਕ ਉਹਦੇ ਇਸ ਗੱਲ ਦੇ ਆਲੋਚਨਾ ਕਰ ਰਹੇ ਆ। ਹੋ ਸਕਦਾ ਕਿ ਬਾਹਰਲੇ ਦੂਜੇ ਦੇਸ਼ਾਂ 'ਚ ਵੀ ਜਾਵੇ ਤਾਂ ਜਿੱਥੇ ਜਿੱਥੇ ਸਾਡੇ ਇੰਡੀਅਨ ਲੋਕ ਬੈਠੇ ਨੇ, ਖਾਸ ਤੌਰ 'ਤੇ ਗੁਜਰਾਤ ਦੇ ਲੋਕ ਜਿਹੜੇ ਹੈਗੇ ਆ ਉਹ ਵੀ ਇਹਦੇ ਲਈ ਆਲੋਚਨਾ ਕਰਨਗੇ। ਮੇਰਾ ਖਿਆਲ ਹੈ ਜੇ ਇਸ ਨੂੰ ਬਾਹਰਲੇ ਦੇਸ਼ਾਂ 'ਚ ਇੱਕ ਇਸ ਤਰ੍ਹਾਂ ਦੀ ਆਰਡਰ ਕੱਢਿਆ ਜਾਵੇ ਔਰ ਬੈਨ ਕਰ ਸਕਦੇ ਆ, ਉੱਥੋਂ ਦੀ ਸਰਕਾਰ ਨਾਲ ਮਿਲ ਕੇ, ਉੱਥੋਂ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਨਾਲ ਮਿਲ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਇਹਨਾਂ ਦੇ ਇਸ ਵੇਲੇ ਫੋਰਨ ਮਿਨਿਸਟਰ ਸਾਡੇ ਆਪਣੇ ਜਿਹੜੇ ਇੰਡੀਆ ਦੇ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਉੱਥੇ ਉਹਨਾਂ ਨਾਲ ਮੀਟਿੰਗ ਰੱਖਣ ਅਤੇ ਮੀਟਿੰਗ ਰੱਖਣ ਤੋਂ ਬਾਅਦ ਅਮਰੀਕਾ 'ਚ ਵੀ ਇਹਨਾਂ ਨੂੰ ਫੌਰੀ ਤੌਰ 'ਤੇ ਗੱਲਬਾਤ ਕਰ ਲੈਣੀ ਚਾਹੀਦੀ ਹੈ। ਸਾਡਾ ਮੀਡੀਆ ਵੱਲੋਂ ਇਹਨਾਂ ਨਾਲ ਗੁਜ਼ਾਰਿਸ਼ ਹੈ। ਨਹੀਂ ਤਾਂ ਇਸ ਕਰਕੇ ਇਹ ਗੱਲ ਹੋਰ ਹੋ ਸਕਦਾ ਕਿ ਹਫੜਾ ਦਫੜੀ ਖਾਨਾਂ 'ਚ ਹੋਰ ਪੈ ਸਕਦੀ ਹੈ, ਕਿਉਂਕਿ ਉਹ ਸ਼ਾਂਤੀ ਨਾਲ ਕੰਮ ਕਰ ਰਹੇ ਮੁੰਡੇ ਉੱਥੇ ਔਰ ਨੌਜਵਾਨ ਉਹਨਾਂ ਦੇ ਪੇਰੈਂਟਸ ਬੱਚੇ ਪੜ੍ਹ ਰਹੇ ਆ। ਹੋ ਨਾ ਸਕੇ ਕਿ ਉੱਥੇ ਨਾ ਕੋਈ ਰੌਲਾ ਪੈ ਗਿਆ। ਜੇ ਉੱਥੇ ਰੌਲਾ ਪੈ ਗਿਆ ਤਾਂ ਫਿਰ ਸਿੱਧਾ ਇੰਡੀਆ 'ਚ ਆਊਗਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ BBC ਹਮੇਸ਼ਾ ਕਹਿੰਦੀ ਕਿ ਅਸੀਂ ਬਹੁਤ ਜ਼ਿਆਦਾ ਰਿਸਰਚ ਕਰਨ ਤੋਂ ਬਾਅਦ ਹੀ ਔਰ ਪੂਰੇ ਸਟੈਂਡਰਡਸ ਮੇਨਟੇਨ ਕਰਕੇ ਹੀ ਅਸੀਂ ਆਪਣੀ ਡਾਕੂਮੈਂਟਰੀ ਬਣਾਉਂਦੇ ਆ। ਪਰ ਦੇਖੋ ਹੁਣ ਕੀ ਬਣਦਾ, ਕਿਉਂਕਿ ਜੇ ਡਾਕੂਮੈਂਟਰੀ ਉੱਥੇ ਦਿਖਾਈ ਗਈ ਹੈ ਕੈਨੇਡਾ ਦੇ ਵਿੱਚ, ਭਾਰਤੀ ਮੂਲ ਦੇ ਲੋਕਾਂ ਨੇ ਜ਼ਿਆਦਾਤਰ ਉਹੀ ਦੇਖੀ ਹੋਏਗੀ, ਬਾਕੀ ਜਿਹਨਾਂ ਨੇ ਵੀ ਦੇਖੀ ਹੋਏਗੀ ਉਸ ਤੋਂ ਬਾਅਦ ਦੇਖੋ ਉੱਥੋਂ ਕੋਈ ਪ੍ਰਤੀਕਿਰਿਆ ਆਉਂਦੀ ਹੈ। ਇਹ ਵੈਸੇ ਸਾਰੀਆਂ ਲੈਂਗੁਏਜ ਹੈਗੀ ਆ, ਹਾਂਜੀ, ਹਿੰਦੀ 'ਚ ਇੰਗਲਿਸ਼ 'ਚ ਤਾਂ ਹੈ ਹੀ, ਕਿਉਂਕਿ ਇੰਗਲਿਸ਼ ਬੇਸਡ ਹੈਗੀ ਉਹ ਜਿਹੜੀ ਬਰਾਡਕਾਸਟ ਕੰਪਨੀ, ਅਤੇ ਪਲੱਸ ਜਿਹੜੀਆਂ ਦੂਜੀਆਂ ਉਹਦੇ 'ਚ ਮਰਾਠੀ 'ਚ ਵੀ ਹੈਗੀ ਆ, ਹੈ ਨਾ। ਬਾਕੀ ਜਿਹੜੀਆਂ ਭਾਸ਼ਾ ਨੇ ਸਾਡੀਆਂ ਉਹਨਾਂ 'ਚ ਵੀ ਹੈਗੀ ਆ। ਹਾਂ ਬਿਲਕੁਲ ਹੈਗੀ ਹੈ। ਦੇਖੋ ਇਹਦਾ ਕਿੱਦਾਂ ਰਿਜ਼ਲਟ ਆਉਂਦਾ, ਕਿਉਂਕਿ ਇਹਦੇ ਵਿੱਚ ਕਾਫੀ ਕੁਝ ਅਜਿਹਾ ਹੈ ਜਿਹੜਾ ਕਹਿੰਦੇ ਨੇ ਕਿ ਕੰਟਰੋਵਰਸ਼ੀਅਲ ਹੈ। ਬਿਲਕੁਲ, ਉਹ ਉਸ ਚੀਜ਼ ਦੇ ਉੱਤੇ ਡਿਸਕਸ਼ਨ ਬੜੀ ਹੋਣੀ ਹੈ ਦੇਰ ਕਿ ਬਾਅਦ ਇਹਨੇ ਗੈਪ ਉਹਦੇ ਤੋਂ ਸੱਚ ਬਾਅਦ ਕੀ ਹੈ ਤੇ ਝੂਠ ਕੀ ਹੈ। ਇਹ 20 ਸਾਲ ਬਾਅਦ ਇਹ ਆਈ ਹੈ ਫਿਲਮ, 2002 ਤੋਂ ਸ਼ੁਰੂ ਹੋਈ ਹੈ ਜਦੋਂ ਦੰਗੇ ਹੋਏ ਆ। ਉਸ ਤੋਂ ਬਾਅਦ ਚੱਲ ਉਸੇ ਤਰ੍ਹਾਂ ਚੱਲਦੀ ਰਹੀ ਹੈ। ਬਿਲਕੁਲ ਸਰ। ਹਾਂ, ਸੋ ਆਪਾਂ ਅੱਗੇ ਵਧੀਏ। ਅੱਗੇ ਕਿ ਵਾਸ਼ਿੰਗਟਨ ਵਿੱਚ ਅਮਰੀਕਾ ਭਾਰਤ ਦੇ ਦੁਵੱਲੇ ਸਹਿਯੋਗ ਲਈ ਇੰਡੀਆ ਹਾਊਸ ਵਿੱਚ ਦੋਵਾਂ ਦੇਸ਼ਾਂ ਦੇ ਅਧਿਕਾਰੀ, ਜਿਹੜੇ ਉੱਚ ਅਧਿਕਾਰੀ ਨੇ, ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਇਹ ਜਿਹੜੇ ਸਾਡੇ ਉੱਥੇ ਐਂਬੈਸਡਰ ਨੇ ਤਰਨਜੀਤ ਸੰਧੂ ਜੀ, ਉਹਨਾਂ ਨੇ ਆਪਣੇ ਇੰਡੀਆ ਹਾਊਸ ਉੱਥੇ ਮੀਟਿੰਗ ਰੱਖੀ ਸੀ, ਜਿਹਦੇ ਵਿੱਚ ਦੁਵੱਲੇ ਵਪਾਰ ਲਈ, ਸੁਰੱਖਿਆ ਲਈ, ਸਿਕਿਉਰਿਟੀ, ਉਹ ਸਾਰਾ ਕੁਝ ਮਿਲਾ ਕੇ ਇਹਨਾਂ ਨੇ ਕੀਤਾ। ਉਹਦੇ ਵਿੱਚ ਉੱਚ ਅਧਿਕਾਰੀ ਇੰਡੀਆ ਦੇ ਵੀ ਹੈਗੇ ਆ, ਬਾਕੀ ਉਹਨਾਂ ਦੇ ਅਧਿਕਾਰੀ ਵੀ ਹੈਗੇ ਆ, ਜਿਹਦੇ ਵਿੱਚ ਵਿਦੇਸ਼ ਜਿਹੜਾ ਫੋਰਨ ਸੈਕਟਰੀ ਆ ਉਹਨਾਂ ਦਾ ਉਹ ਹੈਗਾ, ਸਾਡਾ ਵੀ ਆ। ਔਰ ਇਹਦੇ ਵਿੱਚ ਬੜੀ ਅੱਛੀ ਗੱਲ ਹੈ, ਕਿਉਂਕਿ ਜਿਹੜੀ ਗੱਲ ਜਿੱਥੋਂ ਉੱਠਦੀ ਆ ਉੱਥੇ ਆ ਕੇ ਡਿਸਕਸ ਹੋਣੀ ਚਾਹੀਦੀ ਹੈ। ਅਜੇ ਜਿਹੜੇ ਮਿਨਿਸਟਰ ਆ, ਪੋਰਟਫੋਲੀਓ ਦੇ ਹੈੱਡ, ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ। ਜਿਹੜੇ ਪਾਲਿਸੀ ਮੇਕਰ ਥੱਲੇ ਹੈਗੇ ਉਹਨਾਂ ਨੂੰ ਖਾਸ ਤੌਰ 'ਤੇ ਪਤਾ ਹੁੰਦਾ, ਕਿਉਂਕਿ ਅਮਰੀਕਾ ਨਾਲ ਇੰਡੀਆ ਦੇ ਜਿਹੜੇ ਸੁਖਾਵੇਂ ਜਿਹੜੇ ਸਾਡੇ ਰਹੇ ਰਿਸ਼ਤੇ ਬਹੁਤ ਵਧੀਆ ਰਹੇ ਆ, ਹੁਣ ਤੱਕ ਵੀ ਰਹੇ ਆ। ਖਾਸ ਕਰਕੇ ਯੂਕਰੇਨ ਰਸ਼ੀਆ ਦੀ ਲੜਾਈ ਜਿਹੜੀ ਚੱਲ ਰਹੀ ਆ, ਉਹਦੇ ਵਿੱਚ ਵੀ ਇਹ ਮੂਲ ਮੁੱਦਾ ਸ਼ੁਰੂ ਹੋਇਆ, ਉਹਦੇ ਵਿੱਚ ਵੀ ਗੱਲਬਾਤ ਹੋਈ ਆ। ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਜਿਹੜਾ ਅਮਰੀਕਾ ਨੇ F-16 ਜਿਹੜੇ ਦੇਣੇ ਸੀ ਲੜਾਕੂ ਜਹਾਜ਼, ਉਹ ਇਹਨਾਂ ਨੇ ਰੋਕ ਲਾਤੀ ਵੀ ਨਹੀਂ ਦੇਵਾਂਗੇ। ਇਹ ਮੁੱਦੇ ਵੀ ਉੱਥੇ ਡਿਸਕਸ ਹੋਏ ਆ। ਔਰ ਉਹਦੇ ਵਿੱਚ ਸਿਕਿਉਰਿਟੀ ਦਾ ਮਤਲਬ ਇਹ ਸੀਗਾ ਜੀ, ਪਾਕਿਸਤਾਨ ਨਾਲ ਸਾਡੀ ਜਿਹੜੀ ਖਹਿਬਾਜ਼ੀ ਚੱਲਦੀ ਰਹੀ ਹੈ, ਲੜਾਈ ਹੁੰਦੀ ਹੈ, ਜਿਹਦੇ ਵਿੱਚ ਹਥਿਆਰ ਉੱਥੇ ਵੈਪਨ ਚੱਲਦੇ ਆ ਵਾਹਗਾ ਬਾਰਡਰ 'ਤੇ ਜਾਂ ਦੂਜੇ ਬਾਰਡਰਾਂ 'ਤੇ, ਸਰਹੱਦਾਂ 'ਤੇ, ਉਹਦਾ ਵੀ ਇਹ ਵਿੱਚ ਗੱਲ ਹੋਈ ਕਿ ਜਿਹੜੇ ਸਰਹੱਦੀ ਸੂਬੇ ਨੇ ਉਹਨਾਂ ਲਈ ਬਚਾਓ ਕਰਨਾ ਚਾਹੀਦਾ। ਜਿਸ ਤਰ੍ਹਾਂ ਅੱਜ ਸਾਡੇ ਗਵਰਨਰ ਸਾਹਿਬ ਵੀ ਗਏ ਨੇ ਉਹਨਾਂ ਸਰਹੱਦੀ ਸੂਬਿਆਂ ਦੇ ਵਿੱਚ, ਉਹਦੇ ਵਿੱਚ ਭਗਵੰਤ ਮਾਨ ਜੀ ਵੀ ਘੁੰਮ ਰਹੇ ਉੱਥੇ, ਉਹਨਾਂ ਨੇ ਵੀ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ। ਤਾਂ ਇਸੇ ਤਰ੍ਹਾਂ ਮੇਰਾ ਖਿਆਲ ਹੈ ਇਹ ਮੁੱਦਾ ਵੀ ਅਮਰੀਕਾ 'ਚ ਦੇਖੋ ਉੱਥੇ ਵੀ ਗੱਲ ਪਹੁੰਚ ਗਈ ਹੈ, ਕਿਉਂਕਿ ਜਿਹੜੇ ਇੱਥੋਂ ਦੇ ਰਾਜਦੂਤ ਨੇ ਤਰਨਜੀਤ ਸੰਧੂ ਜੀ, ਉਹ ਵੀ ਚਾਹੁੰਦੇ ਨੇ ਕਿ ਅਮਰੀਕਾ ਦੇ ਵੀ ਕੰਨੀ ਗੱਲ ਕੱਢੀ ਜਾਵੇ, ਕਿਉਂਕਿ ਕੱਲ੍ਹ ਨੂੰ ਪਰਸੋਂ ਨੂੰ ਜਦੋਂ ਕੋਈ ਲੜਾਈ ਹੋਈ ਤਾਂ ਹਥਿਆਰ ਉੱਥੋਂ ਹੀ ਆਉਣੇ ਆ। ਹਾਂਜੀ, ਜਦੋਂ ਆਪਾਂ 65 ਦੀ ਲੜਾਈ ਲੜੀ ਆ ਉਦੋਂ ਵੀ ਹਥਿਆਰ ਪਾਕਿਸਤਾਨ ਨੂੰ ਅਮਰੀਕਾ ਨੇ ਦਿੱਤੇ ਆ। ਹੁਣ ਵੀ F-16 ਜਹਾਜ਼ ਜਿਹੜਾ ਉੱਥੋਂ ਹੀ ਆ ਰਿਹਾ। ਔਰ ਤੁਹਾਨੂੰ ਇਹ ਵੀ ਪਤਾ ਹੈਗਾ, ਸਾਡੇ ਦਰਸ਼ਕ ਉਸ ਗੱਲ ਤੋਂ ਸ਼ਾਇਦ ਜਾਣਦੇ ਹੋਣਗੇ ਕਿ ਜਿੰਨਾ ਬਜਟ ਹੁੰਦਾ ਇਹਨਾਂ ਦਾ ਡਿਫੈਂਸ ਬਜਟ ਪਾਕਿਸਤਾਨ ਦਾ, ਇਹ ਕੌਣ ਦਿੰਦਾ? ਅਮਰੀਕਾ ਹੀ ਦਿੰਦਾ। ਉਹਦੇ ਨਾਲ ਪਲੱਸ ਵੈਪਨ ਵੀ ਦਿੰਦਾ। ਅਤੇ ਹੁਣ ਲੜਨ ਵਾਲੇ ਕੌਣ ਹੁੰਦੇ? ਲੜਾਕੂ ਤੇ ਲੋਕ ਹੈਗੇ ਆ, ਪਾਕਿਸਤਾਨ ਦੇ ਲੜਦੇ ਆ, ਅਤੇ ਉਹਨਾਂ ਨੂੰ ਵੈਪਨ ਮਸਾਲਾ ਉੱਥੋਂ ਹੀ ਆਉਂਦਾ। ਕਿਤੇ ਵੀ ਲੜਾਈ ਹੋਵੇ, ਕਿਤੇ ਵੀ ਕੁਛ ਹੋਵੇ, ਅਮਰੀਕਾ ਦਾ ਜਾਂਦਾ। ਅਮਰੀਕਾ ਕੋਲ ਸਾਰੇ ਕਿ ਉਹ ਸੈਟੇਲਾਈਟ ਬੜੇ ਸੰਗੀਨ ਨੇ, ਉਹਨਾਂ ਦੀ ਸੈਟੇਲਾਈਟ ਇੰਡਸਟਰੀ ਹੈ, ਵੈਪਨ ਉਹਨਾਂ ਦਾ ਪ੍ਰੋਫਿਟ ਹੈ, ਬਿਜ਼ਨਸ ਹੈ। ਹੁਣ ਯੂਕਰੇਨ ਦੇ ਨਾਲ ਜਿਹੜਾ ਯੁੱਧ ਚੱਲ ਰਿਹਾ, ਅਮਰੀਕਾ ਦੀਆਂ ਜਿਹੜੀਆਂ ਉਹ ਵੈਪਨ ਬਣਾਉਣ ਵਾਲੀਆਂ ਜਿਹੜੀਆਂ ਫੈਕਟਰੀਆਂ ਨੇ, ਉਹਨਾਂ ਨੇ ਬਹੁਤ ਪੈਸਾ ਕਮਾਇਆ। ਬਿਲਕੁਲ, ਕਿਉਂਕਿ ਇਹ ਚੀਜ਼ਾਂ ਇਕੋਨਮੀ ਦਾ ਹਿੱਸਾ ਹੈ। ਇਹਨਾਂ ਨੂੰ ਬਾਈਡਨ ਜੀ ਨੇ ਜਾਂ ਪਹਿਲਾਂ ਟਰੰਪ ਜੀ ਸੀ, ਜਿੰਨੇ ਵੀ ਪ੍ਰੈਜ਼ੀਡੈਂਟ ਹੈ, ਉਹਨਾਂ ਨੂੰ ਪਤਾ ਵੀ ਜੇ ਤਾਂ ਸਾਡੇ ਮਾਰਕੀਟ 'ਚ ਚਲੇ ਗਏ ਹਥਿਆਰ, ਫਿਰ ਤਾਂ ਚੱਲਣਗੇ, ਅਤੇ ਫਿਰ ਸਾਨੂੰ ਪੈਸਾ ਵੀ ਆਊਗਾ, ਸਾਡੀ ਆਰਥਿਕ ਵਿਵਸਥਾ ਵੀ
ਪੂਰੀ ਅੱਗੇ ਵੱਡੀ ਪਹੁੰਚੂਗੀ। ਦੂਜਾ ਨੰਬਰ ਹੈਗਾ ਕਿ ਜੇ ਹਥਿਆਰ ਪੈ ਰਹੇ ਤਾਂ ਜੰਗਾਲ ਹੀ ਲੱਗਣਾ, ਜੰਗਾਲ ਲਾ ਕੇ ਤੇ ਫਿਰ ਉਹ ਬੇਬਸ ਹੋ ਜਾਣਗੇ, ਚੱਲਣੇ ਨਹੀਂ। ਹਾਂਜੀ ਬਿਲਕੁਲ। ਤੇ ਅੱਗੇ ਚੱਲੀਏ, ਪੰਜਾਬ ਵਿੱਚ ਜਾਲੀ ਰਾਸ਼ਨ ਸਮਾਰਟ ਕਾਰਡ ਫੜੋ ਫਰੀ ਮੁਹਿੰਮ ਜਾਰੀ। ਇਹ ਜਾਲੀ ਰਾਸ਼ਨ ਕਾਰਡ ਵੀ ਬਣਵਾਏ ਜਾਂਦੇ ਨੇ ਔਰ ਸਮਾਰਟ ਕਾਰਡ ਵੀ, ਕਿ ਉਹ ਜਿਹੜਾ ਮੁਫਤ ਅਨਾਜ ਮਿਲਣਾ ਹੈ ਉਹ ਵੀ ਲਿੱਤਾ ਜਾ ਸਕੇ, ਹੋਰ ਵੀ ਫੈਸਿਲਿਟੀਆਂ ਲਿੱਤੀਆਂ ਜਾ ਸਕਣ। ਜੋ ਹਾਸ਼ੀਏ ਤੋਂ ਥੱਲੇ ਰਹਿੰਦੇ ਨੇ ਲੋਕ, ਗਰੀਬੀ ਰੇਖਾ ਤੋਂ, ਜੋ ਉਹਨਾਂ ਵਾਸਤੇ ਸਹੂਲਤ ਹੁੰਦੀ ਹੈ, ਉਹ ਸਹੂਲਤ ਦੇ ਵਿੱਚ ਠੱਗੀ ਮਾਰਨ ਵਾਸਤੇ ਵੀ ਕਈ ਲੋਕ ਸ਼ੇਰ ਰਹਿੰਦੇ ਨੇ, ਕਈ ਵਾਰ ਗਲਤ ਇਨਫੋਰਮੇਸ਼ਨ ਦੇ ਕੇ ਜਾਲੀ ਕਾਰਡ ਬਣਵਾ ਕੇ ਉਹ ਫਾਇਦਾ ਲੈਣਾ ਸ਼ੁਰੂ ਕਰਦੇ ਨੇ। ਵੈਸੇ ਜਿਹੜੀ ਸਾਡੇ ਪੰਜਾਬ ਵਿੱਚ ਅਨਾਜ ਮੁਹੱਈਆ ਕਰ ਰਹੀ ਹੈ, ਸਪਲਾਈ ਕਰ ਰਹੀ ਹੈ, ਫੂਡ ਕਾਰਪੋਰੇਸ਼ਨ ਇੰਡੀਆ ਜਿਹੜੇ ਹੈਗੇ, ਉਹਨਾਂ ਨੂੰ ਵੈਸੇ ਪਹਿਲਾਂ ਵੇਖਣਾ ਚਾਹੀਦਾ ਕਿ ਜਿੱਥੋਂ ਕਾਗਜ਼ ਪੱਤਰ ਆ ਰਹੇ ਆ, ਜਦੋਂ ਡਾਕੂਮੈਂਟਸ ਨਾਲ ਲਾ ਰਹੇ ਆ, ਉਹਨਾਂ ਨੂੰ ਥੋੜ੍ਹਾ ਵਾਚਣਾ ਚਾਹੀਦਾ। ਉਹਦੇ ਵਿੱਚ ਚਲੋ ਹੁਣ ਜਿੰਨਾ ਵੀ ਹੈਗਾ, ਹੁਣ ਇਹ ਘੱਟੋ ਘੱਟ ਵੀ ਮੇਰੇ ਖਿਆਲ 75,000 ਜਿਹੜੇ ਆ ਬਗੈਰ ਜਿਹੜੇ ਗਰੀਬੀ ਰੇਖਾ ਦੇ ਨੇੜੇ ਆਉਣ ਤੋਂ ਜਾਂ ਥੱਲੇ ਆਉਣ ਤੋਂ ਬਗੈਰ ਹੀ ਉਹ ਰਾਸ਼ਨ ਲੈ ਰਹੇ ਆ। ਇੱਕ ਕੇਸ ਸੀਗਾ ਜਲੰਧਰ ਦਾ, ਉਹ ਲੇਡੀ ਮਨਜੀਤ ਕੌਰ ਆ, ਉਹ ਫੜੀ ਗਈ ਆ। ਉਹਦੇ ਵਿੱਚ ਹੋਇਆ ਕਿ ਉਹਨਾਂ ਨੇ ਸਾਰੇ ਫੇਕ ਡਾਕੂਮੈਂਟ ਦਿੱਤੇ ਆ, ਆਪ ਇਨਕਮ ਟੈਕਸ ਪੇ ਕਰ ਰਹੇ ਆ, ਉਹਦਾ ਮੁੰਡਾ ਵੀ ਇਨਕਮ ਟੈਕਸ ਪੇ ਹੀ ਆ, ਔਰ ਉਹਦੇ ਵਿੱਚ ਉਹਨਾਂ ਨੇ ਕਦੋਂ ਤੋਂ ਰਾਸ਼ਨ ਲੈ ਰਹੇ ਆ। ਉਹਨਾਂ ਕੋਲ ਗੱਡੀਆਂ ਵੀ ਬਹੁਤ ਅੱਛੀਆਂ। ਇੱਕ ਬੰਦਾ ਆਇਆ ਸੀਗਾ, ਉਹਦੀ ਵੀਡੀਓ ਵਾਇਰਲ ਹੋਈ, ਮਰਸਡੀ ਗੱਡੀ 'ਤੇ ਆ, ਉੱਤੇ ਰਾਸ਼ਨ ਲੱਦ ਰਿਹਾ ਹੈਗਾ, ਔਰ ਦਿਨ ਦਿਹਾੜੇ ਡਾਕੇ ਹੈਗੇ। ਔਰ ਜਿਹੜੇ ਬੰਦੇ ਲੋੜਵੰਦ ਨੇ, ਜਿਹੜੇ ਗਰੀਬ ਨੇ ਵਿਚਾਰੇ, ਜਿਹਨਾਂ ਦਾ ਤਵਾ ਚੱਲਦਾ ਨਹੀਂ ਰੋਟੀ ਤੋਂ ਬਗੈਰ, ਉਹ ਜਿਹੜੀ ਛੱਤ ਥੱਲੇ, ਨੀਲੀ ਛੱਤ ਥੱਲੇ ਹੀ ਬੈਠੇ ਆ, ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ, ਨਾ ਕਿ ਜਿਹੜੇ ਬੰਦੇ ਅਮੀਰ ਆ ਸਾਰਾ ਕੁਝ ਉਹ ਇਹ ਲੈ ਲੈਣ। 75,000 ਦੇ ਲੋਕ ਜਿਹੜੇ ਆ ਨਾ ਕਰੀਬ, ਇਹ ਲੋਕ ਇਹ ਰਾਸ਼ਨ ਫ੍ਰੀ ਖਾ ਰਹੇ ਆ, ਔਰ ਉਹਦੇ ਵਿੱਚ ਕਈਆਂ ਨੂੰ ਇਹਨਾਂ ਨੇ ਫੜਿਆ ਵੀ ਆ, ਔਰ ਉਹਦੇ ਵਿੱਚ ਉਹਨਾਂ ਨੂੰ ਕੈਂਸਲ ਵੀ ਕਰ ਦਿੱਤਾ ਵਾ। ਪਰ ਜਿਹੜਾ ਪਿਛਲਾ ਖਾ ਚੁੱਕੇ ਆ ਰਾਸ਼ਨ, ਜਦੋਂ ਆ ਗਿਆ, ਉਹ 'ਚ ਦਾਲਾਂ ਵੀ ਆ, ਉਹਦੇ 'ਚ ਅਨਾਜ ਵੀ ਆ, ਕਣਕ ਵੀ ਆ, ਆਟਾ ਵੀ ਆ, ਉਹ ਸਾਰਾ ਕੁਛ ਉਹਨਾਂ ਨੇ 2 ਰੁਪਏ ਕਿਲੋ, ਇੱਕ ਫ੍ਰੀ ਵੀ ਹੈ, ਇੱਕ 2 ਰੁਪਏ ਕਿਲੋ ਹੈਗਾ। ਹੁਣ ਦੇਖ ਲਓ ਇਹ ਸਾਰੇ ਲੋਕ ਕਿੱਥੋਂ ਤੱਕ ਪਹੁੰਚ ਜਾਂਦੇ ਆ। ਪਰ ਇਹਦੇ ਵਿੱਚ ਜਿਹੜੀ ਲਾਪਰਵਾਹੀ ਆ ਉਹਨਾਂ ਅਫਸਰਾਂ ਦੇ ਵੀ ਹੈ, ਜਿਨ੍ਹਾਂ ਨੇ ਕਾਰਡ ਬਣਾ ਕੇ ਮੁਹੱਈਆ ਕਰਤੇ ਆ, ਨੀਲੇ ਕਾਰਡ ਜਾਂ ਜਿਹਨੂੰ ਸਮਾਰਟ ਕਾਰਡ ਆਉਂਦੇ ਆ। ਹੁਣ ਇਹਦੇ ਵਿੱਚ ਮਾਮਲਾ ਬਹੁਤ ਭੱਗ ਗਿਆ। ਉਹਦੇ ਵਿੱਚ ਮੁੱਖ ਮੰਤਰੀ ਨੇ ਕਹਿਤਾ ਇਮੀਡੀਏਟ ਇਹਨਾਂ ਨੂੰ ਪਕੜ ਕੇ ਤੇ ਇਹਨਾਂ 'ਤੇ ਕੇਸ ਕਰੋ ਤੇ ਕੈਂਸਲ ਕਰ ਦਿਓ। ਤੇ ਹੁਣੇ ਬਜਟ 'ਚ ਵੀ ਜੇ ਅਨਾਉਂਸ ਹੋਇਆ 80 ਕਰੋੜ ਲੋਕਾਂ ਨੂੰ ਫ੍ਰੀ 27 ਮਹੀਨੇ ਲਈ ਰਾਸ਼ਨ ਦਿੱਤਾ ਜਾਣਾ, ਔਰ ਉਹਦੇ ਵਿੱਚ ਇਹ ਬੰਦਿਆਂ ਨੇ ਫਿਰ ਲੈ ਜਾਣਾ ਸੀ ਜੇ ਅੱਜ ਤੱਕ ਨਾ ਫੜੇ ਜਾਂਦੇ। ਮੈਨੂੰ ਲੱਗਦਾ ਜੇ 75,000 ਇਹਨਾਂ ਨੇ ਫੜੇ, ਇਹਨੂੰ ਉੱਤੇ ਵੀ ਹੋ ਸਕਦੇ, ਹੋਰ ਵੀ ਲੋਕ ਹੋਣਗੇ। ਅਜੇ ਇਹ ਡਾਟਾ ਹੀ ਆ, ਪਤਾ ਨਹੀਂ ਕਿੰਨੇ ਲੋਕ ਅਜੇ ਖਾ ਰਹੇ ਆ। ਇਹਦੇ ਵਿੱਚ ਇਹ ਪਤਾ ਕੀ ਹੈਗਾ ਖੰਨਾ ਜੀ, ਇਵੇਂ ਨਹੀਂ ਬਣਦਾ। SRSU ਵਾਲੇ ਆਫਿਸਰ ਨੇ ਉਹ ਆਪ ਬਣਾ ਕੇ ਦਿੰਦੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਕੁਟੁੰਬ ਨੂੰ ਅੱਗੇ ਚਲਾਉਣ ਲਈ। ਇਹ ਹੇਰਾਫੇਰੀ ਨਹੀਂ ਜਾ ਸਕਦੀ, ਇਹ ਇੱਦਾਂ ਹੀ ਚੱਲਦੀ ਰਹਿਣੀ ਹੈ। ਇਸੇ ਕਰਕੇ ਕਿ ਜਦੋਂ ਅਫਸਰ ਹੀ ਰਲ ਗਏ, ਜਦੋਂ ਚੋਰ ਤੇ ਕੁੱਤੀ ਰਲ ਜਾਂਦੇ ਆ, ਤਾਂ ਫਿਰ ਕਿੰਨੇ ਜਿਹੜੇ ਬਦਮਾਸ਼ ਤੇ ਆਉਣਾ ਹੀ ਆ, ਚੋਰ ਤੇ ਆਉਣਾ ਹੀ ਆ, ਫਿਰ ਸਾਰਾ ਕੁਛ ਹੈਗਾ। ਇਹ ਹੈ ਦੇਖੋ ਕੀ ਬਣਦਾ ਜੀ। ਇਹ ਤਾਂ ਉਹ ਕਹਿੰਦੇ ਨੇ ਨਾ ਕਿ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਵੈਸੇ ਹੈ ਤਾਂ ਸਾਰਾ ਰੱਬ ਭਰੋਸੇ ਹੀ ਹੈ, ਬਿਲਕੁਲ ਬਰਾਬਰ ਚੱਲੀ ਜਾ ਰਿਹਾ, ਚੱਲੀ ਜਾ ਰਿਹਾ। ਚਲੋ ਅੱਗੇ ਅੱਲਾ ਬੇਲੀ, ਅੱਗੇ ਅੱਲਾ ਬੇਲੀ। ਬਾਹਰਲੇ ਦੇਸ਼ਾਂ ਵਿੱਚ ਸਟੱਡੀ ਵੀਜ਼ਾ ਨੇ ਖਾਲੀ ਕੀਤੇ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ। ਇਹ ਬਿਲਕੁਲ ਸਹੀ ਗੱਲ ਹੈ। ਸਟੱਡੀ ਵੀਜ਼ਾ, ਬਾਹਰ ਜਾ ਕੇ ਸੈਟਲ ਹੋਣਾ, ਬਾਹਰ ਜਾ ਕੇ ਫੈਮਿਲੀ ਨੂੰ ਸੈੱਟ ਕਰਨਾ। ਪਾਪੂ ਬੇਬੇ ਤੂੰ ਵੀ ਰੈਡੀ ਹੋ ਜਾ, ਤੈਨੂੰ ਵੀ ਬੁਲਾ ਲੂੰਗਾ। ਬਸ ਇਹੀ ਕੁਝ ਚੱਲੀ ਜਾਂਦਾ। ਪੰਜਾਬ ਖਾਲੀ, ਵਾਕਈ ਖਾਲੀ ਹੋ ਚੁੱਕਾ। ਸਹੀ ਗੱਲ। ਇਹ ਵੈਸੇ ਇਹ ਡਾਟਾ ਤਾਂ ਆ ਗਿਆ, ਇਹਦੇ ਵਿੱਚ ਸਰਵੇਖਣ ਹੋਇਆ, ਵਿੱਚ ਇੱਕ ਏਜੰਸੀ ਨੇ ਸਰਵੇਖਣ ਕੀਤਾ ਕਿ ਪੰਜਾਬ 'ਚੋਂ ਕਿੰਨੇ ਕੁ ਬੱਚੇ ਬਾਹਰ ਚਲੇ ਗਏ। ਔਰ ਇਹਦੇ ਵਿੱਚ ਜੇ ਸੋਚਿਆ ਜਾਵੇ, ਜ਼ਿਆਦਾਤਰ ਅਮਰੀਕਾ 'ਚ ਗਏ ਮੁੰਡੇ ਪੜ੍ਹਨ, ਕੈਨੇਡਾ 'ਚ ਬਹੁਤ ਚਲੇ ਗਏ ਆ, ਅਤੇ ਉਹ ਤੋਂ ਬਾਅਦ ਇੰਗਲੈਂਡ 'ਚ ਵੀ ਘੱਟ ਜਾ ਰਹੇ, ਕਿਉਂਕਿ ਇੰਗਲੈਂਡ ਦੇ ਵਿੱਚ PR ਨਹੀਂ ਮਿਲਦੀ। ਮਨਸ਼ਾ ਥੋੜ੍ਹਾ ਜਿਹਾ ਬੱਚਿਆਂ ਦਾ PR ਲੈਣ ਦਾ ਵੀ ਹੈਗਾ, ਜਾਂ ਵਰਕ ਪਰਮਿਟ ਮਿਲ ਜਾਂਦਾ। ਹੁਣ ਕੰਪੈਰੀਜ਼ਨ ਕਰੀਏ, ਇੱਕ ਪਾਸੇ ਕਾਲਜ ਸਕੂਲ ਤਾਂ ਹੋ ਗਏ ਖਾਲੀ, ਹੈ ਨਾ, ਯੂਨੀਵਰਸਿਟੀਆਂ ਹੋ ਗਈਆਂ ਖਾਲੀ, ਬੱਚਿਆਂ ਦਾ ਤੇ 'ਚ ਕੋਈ ਕਸੂਰ ਨਹੀਂ ਨਾ, ਮਾਂ ਪਿਓ ਦਾ ਕੋਈ ਕਸੂਰ ਨਹੀਂ। ਜੇ ਬੱਚਿਆਂ ਨੂੰ ਇੱਥੇ ਜੋਬ ਨਹੀਂ ਮਿਲ ਰਹੀ, ਇਹ ਅਸੀਂ ਆਪਣੇ ਚੈਨਲ ਨਾਲ ਬੋਲ ਰਹੇ ਹਾਂ ਕਿ ਸੱਚ ਇਹੀ ਹੈ। ਜਦੋਂ ਬੱਚਿਆਂ ਨੂੰ ਖੰਨਾ ਜੀ ਇੱਥੇ ਕੋਈ ਜੋਬ ਨਹੀਂ ਮਿਲਣੀ, ਜਦੋਂ ਮਾਂ ਪਿਓ ਨੇ ਪੜ੍ਹਾਈ ਲਈ ਉਨਾ ਹੀ ਪੈਸਾ ਖਰਚ ਕਰ ਦੇਣਾ ਜਿੰਨਾ ਕੈਨੇਡਾ 'ਚ ਹੋ ਰਿਹਾ, ਅਤੇ ਕਿਉਂ ਨਹੀਂ ਬੱਚੇ ਉੱਥੇ ਜਾਣਗੇ? ਮਾਂ ਪਿਓ ਕੰਪੈਰੀਜ਼ਨ ਕਰਕੇ ਕੱਢਦਾ ਬੱਚਿਆਂ ਨੂੰ। ਔਰ ਉਹ ਜੇ ਹੁਣ ਬੱਚਾ ਬਰੈਂਪਟਨ ਪੜ੍ਹ ਰਿਹਾ ਜਾਂ ਓਟਾਵਾ ਪੜ੍ਹ ਰਿਹਾ ਜਾਂ ਉੱਥੇ ਜਿੱਥੇ ਵੀ ਕਿਸੇ ਯੂਨੀਵਰਸਿਟੀ 'ਚ ਪੜ੍ਹ ਰਿਹਾ, ਇੱਕ ਤਾਂ ਚੰਗੀ ਐਜੂਕੇਸ਼ਨ, ਚੰਗੀ ਆਬ ਹਵਾ, ਅਤੇ ਜਾਂ ਇੱਥੋਂ ਕਿਉਂ ਬੱਚੇ ਜਾ ਰਹੇ ਆ? ਨਸ਼ਿਆਂ 'ਚ ਜਿਹੜੇ ਸਮਰਥ ਹੋ ਗਏ ਆ ਬੱਚੇ, ਨਸ਼ਿਆਂ ਤੋਂ ਬਚਣ ਲਈ ਪੇਰੈਂਟਸ ਆਉਂਦੇ ਚਲੋ ਬੱਚਿਆਂ ਨੂੰ ਤਾਂ ਬਚਾ ਲਓ, ਨਾਲੇ ਪੜ੍ਹ ਲੈਣਗੇ, ਨਾਲੇ ਕਿਤੇ ਨੌਕਰੀ ਮਿਲ ਜੂਗੀ। ਫਿਰ ਨੰਬਰ 2 ਉੱਥੇ ਇੱਕ ਹੋਰ ਬੈਨੀਫਿਟ ਆ ਗਿਆ, ਜਿਹੜਾ 20 ਘੰਟੇ ਦਾ ਵਰਕ ਦਿੰਦੇ ਸੀ, ਕੰਮ ਦਿੰਦੇ ਸੀ, ਹੁਣ ਓਪਨ ਕਰਤਾ, ਉਹ ਆਲ ਓਵਰ ਕੈਨੇਡਾ। ਹੁਣ ਬੱਚੇ ਜਿੱਥੇ ਚੰਗਾ ਕੰਮ ਮਿਲਦਾ, ਜਿੱਥੇ ਸਾਰਾ ਕੁਛ ਹੈਗਾ, ਉੱਥੇ ਕਿਉਂ ਨਹੀਂ ਪੈਸਾ ਖਰਚ ਕਰਕੇ ਜਾਣਗੇ? ਸਾਡੀਆਂ ਯੂਨੀਵਰਸਿਟੀਆਂ, ਕਿੰਨੀਆਂ ਯੂਨੀਵਰਸਿਟੀਆਂ ਇੱਥੇ ਬੈਠੀਆਂ,
ਕਿੰਨੇ ਸਾਡੇ ਕਾਲਜ ਆ, ਸਾਰਾ ਕੁਝ। ਪ੍ਰੋਫੈਸ਼ਨਲ ਐਜੂਕੇਸ਼ਨ ਹੈ ਹੀ ਨਹੀਂ, ਕਿਤਾਬੀ ਭਾਸ਼ਾ ਹੈ ਇੱਥੇ। ਜੇ ਪੜ੍ਹ ਕੇ ਬੱਚੇ ਜਵਾਨ ਹੁੰਦੇ, ਵੱਡੇ ਹੁੰਦੇ ਤਾਂ ਕੰਮ ਕੀ ਕਰਨਗੇ ਫਿਰ? ਕੁਝ ਵੀ ਨਹੀਂ। ਇੰਡਸਟਰੀ ਪਹਿਲਾਂ ਇੱਥੋਂ ਖਤਮ ਹੋ ਗਈ ਹੈ, ਐਗਰੋ ਇੰਡਸਟਰੀ ਹੈ ਹੀ ਨਹੀਂ। ਇਹ ਚੀਜ਼ਾਂ ਵੀ ਜਿਹੜੀਆਂ ਇਹਨਾਂ ਨੂੰ ਘੋਖਣਾ ਪੈਂਦਾ, ਮਾਂ ਪਿਓ ਨੇ ਇਸ ਗੱਲ ਤੇ ਚੱਲਣਾ ਪੈਂਦਾ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਪੈਸੇ ਐਵੇਂ ਤੇ ਨਹੀਂ ਖੂਹ ਸੁੱਟ ਦੇਣਗੇ। ਦੂਜਾ ਬੱਚੇ ਦਾ ਕੈਰੀਅਰ ਆ। ਅੱਜ ਹਰ ਘਰ ਦੀ ਕਹਾਣੀ, ਪਹਿਲਾਂ ਕਿਸੇ ਘਰ ਦੀ ਕਹਾਣੀ ਹੁੰਦੀ ਸੀ ਕਿ ਬੱਚਾ ਬਾਹਰ ਜਾ ਹੁਣ ਰਿਹਾ। ਘਰ ਦੀ ਕਹਾਣੀ, ਬਿਲਕੁਲ ਘਰ ਦੀ ਕਹਾਣੀ, ਕਿਉਂਕਿ ਸਭ ਜਾਣੇ ਕਹਿੰਦੇ ਨੇ ਕਿ ਜਾਓ। ਹੁਣ ਪੰਜਾਬ ਖਾਲੀ, ਇੱਥੋਂ ਫਿਰ ਦੂਸਰੇ ਬਾਕੀ ਸਟੇਟਸ ਤੋਂ ਪ੍ਰਵਾਸ ਕਰਕੇ ਇੱਥੇ ਆ ਰਹੇ ਨੇ। ਉਹ ਪੰਜਾਬ ਦਾ ਮੂੰਹ ਮਹਾਂਦਰਾ ਹੀ ਬਦਲ ਗਿਆ। ਬਿਲਕੁਲ ਪਤਾ ਨਹੀਂ ਪੰਜਾਬ ਰਹਿ ਵੀ ਗਿਆ ਕਿ ਨਹੀਂ। ਆਮ ਭਾਸ਼ਾ ਪੰਜਾਬੀ ਦੀ ਥਾਂ ਤੇ ਹਿੰਦੀ ਹੁੰਦੀ ਜਾ ਰਹੀ ਹੈ। ਲੋਕ ਹਿੰਦੀ ਬੋਲਦੇ ਨੇ। ਸਹੀ ਗੱਲ, ਠੀਕ ਹੈ ਨਾ। ਤੁਸੀਂ ਕਿਸੇ ਪਿੰਡ 'ਚ ਚੱਲ ਜਾਓ, ਤੁਸੀਂ ਅਗਲਾ ਪਿੰਡ ਦਾ ਰਾਹ ਪੁੱਛਣਾ ਹੋਊਗਾ ਨਾ, ਤੇ ਤੁਹਾਨੂੰ ਅਗਲੇ ਬੰਦਾ ਹਿੰਦੀ ਬੋਲਦਾ ਹੋਊਗਾ। ਉਹ ਮਾਈਗ੍ਰੇਟਰੀ ਲੇਬਰ ਵਾਲੇ ਉਹ ਤੁਹਾਨੂੰ ਦੱਸ ਨਹੀਂ ਸਕਣਗੇ ਕਿ ਆਹ ਜਿਹੜਾ ਸੜਕ ਆ ਜਾਂ ਆਹ ਵੱਟ ਬੰਨਾ ਕਿੱਧਰ ਨੂੰ ਜਾ ਰਿਹਾ। ਉਹ ਕਿਉਂਕਿ ਉਹਨੂੰ ਜਗਰਾਫੀਕਲ ਕੁਝ ਨਹੀਂ ਪਤਾ। ਉਹਨੂੰ ਪਤਾ ਹੋਊਗਾ ਜਿਹੜਾ ਇੱਥੇ ਜੰਮਿਆ ਜਾਇਆ ਵੱਡਾ ਹੋਇਆ, ਉਹਨੂੰ ਪਤਾ ਹੁੰਦਾ। ਇਸੇ ਕਰਕੇ ਹੀ ਪ੍ਰੋਬਲਮ ਆ ਰਹੀ ਪੰਜਾਬ ਦੇ ਵਿੱਚ। ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ, ਲੋਕਾਂ ਦੀ ਨਹੀਂ। ਲੋਕ ਤਾਂ ਜੇ ਇੱਥੇ ਕੰਮ ਹੋਵੇ ਨਾ, ਜਿੱਥੇ ਕੰਮ ਹੋਵੇ, ਨਸ਼ੇ ਨਾ ਹੋਣ ਜਾਂ ਇੱਥੇ ਕੋਈ ਹੋਰ ਵਿਪਤਾ ਨਾ ਆਵੇ, ਤੇ ਲੋਕ ਕਦੀ ਆਪਣੀ ਧਰਤੀ ਨਹੀਂ ਛੱਡਦੇ। ਆਪਣੀ ਧਰਤੀ, ਆਪਣਾ ਦੇਸ਼, ਆਪਣੇ ਲੋਕ ਕਦੀ ਛੱਡੇ ਨਹੀਂ ਜਾਂਦੇ। ਬਿਲਕੁਲ। ਬਾਕੀ ਰਹਿ ਗਿਆ ਕਨਵੈਂਟ ਸਕੂਲ, ਅੰਗਰੇਜ਼ੀ ਸਕੂਲ, ਉਹਨਾਂ ਨੇ ਉਂਝ ਹੀ ਕਹਿਤਾ ਜਿਹੜਾ ਕੋਈ ਪੰਜਾਬੀ ਬੋਲਦਾ ਉਹਨੂੰ ਫਾਈਨ ਤੱਕ ਹੋ ਜਾਂਦਾ। ਸਹੀ ਗੱਲ, ਆਪਣੀ ਮਾਤ ਭਾਸ਼ਾ ਤੋਂ ਦੂਰ ਜਾਣਾ ਚਾਹੁੰਦੇ। ਕੁਛ ਤਾਂ ਕੁਛ ਬਣ ਗਿਆ, ਪਤਾ ਨਹੀਂ ਕੀ ਬਣਨਾ, ਕਿਉਂਕਿ ਭਾਸ਼ਾ ਵੀ ਜਾ ਰਹੀ ਹੈ, ਕਲਚਰ ਤੱਕ ਚਲਾ ਹੀ ਗਿਆ। ਸਹੀ ਗੱਲ, ਸਹੀ। ਕਲਚਰ ਕਿੱਥੇ ਰਹਿ ਗਿਆ ਹੁਣ ਪੰਜਾਬ ਦਾ? ਨਹੀਂ ਰਹਿ ਗਿਆ। ਕਲਚਰ ਇਹ ਹੁੰਦਾ ਕਿ ਕੱਪੜੇ ਤਾਂ ਆਪਣੀ ਥਾਂ ਤੇ ਰਹੇ, ਸੰਸਕਾਰ, ਬੋਲ ਚਾਲ, ਰਹਿਣ ਸਹਿਣ, ਹੈ ਨਾ, ਉਹ ਨਹੀਂ ਰਹੀ। ਰੀਤੀ ਰਿਵਾਜ, ਸਾਰਾ ਕੁਝ ਇਹਦੇ ਵਿੱਚ ਪਰੰਪਰਾ, ਇਹ ਕਲਚਰ ਹੈ। ਇਹਨੂੰ ਧਰਾਤਲ ਕਹਿੰਦੇ ਪੰਜਾਬ ਦਾ। ਇਹ ਵਿਰਸਾ, ਇਹ ਹੈਰੀਟੇਜ ਹੈ, ਇਹ ਸਾਰਾ। ਹਾਂ। अब आगे चलिए जी। साबका प्रधानमंत्री मनमोहन सिंह जी का यूके सरकार वालों इंडिया यूके अचीवर्स ऑनर्स अवार्ड नाल सन्मान किया गया। ਵੈਰੀ ਗੁੱਡ। ਉਹ ਤਾਂ ਡਿਜ਼ਰਵ ਕਰਦੇ ਨੇ, ਜ਼ਬਰਦਸਤ ਪਰਸਨੈਲਿਟੀ। ਹਾਂ, ਮੇਰਾ ਖਿਆਲ ਹੈ ਸਾਰੇ ਭਾਰਤੀਆਂ ਨੂੰ, ਆਲ ਓਵਰ ਵਰਲਡ ਦੇ ਸਾਰੇ ਲੋਕਾਂ ਨੂੰ ਵਧਾਈ ਦੇ ਪਾਤਰ ਨੇ, ਕਿਉਂਕਿ ਇਹਨਾਂ ਨੇ ਕੰਮ ਕੀਤਾ। ਔਰ ਇਕਨੋਮਿਕਸ ਦੇ ਤੇ ਬੜੇ ਪੜ੍ਹੇ ਲਿਖੇ ਸ਼ਾਸਤਰੀ ਨੇ। ਔਰ ਇਹਦੇ ਨਾਲ ਮਨਟੇਕ ਸਿੰਘ ਆਹਲੂਵਾਲੀਆ, ਇਹਨਾਂ ਨੇ ਜਦੋਂ ਹਿੰਦੁਸਤਾਨ ਨੂੰ ਚਲਾਇਆ ਔਰ ਉਹਨਾਂ ਦੀ ਪਾਲਿਸੀ ਨੂੰ ਉਹਨਾਂ ਨੇ ਇੰਪਲੀਮੈਂਟ ਕੀਤਾ, ਔਰ ਉਹਦੇ ਵਿੱਚ ਬਾਹਰਲੇ ਦੇਸ਼ਾਂ 'ਚ ਵੀ ਪ੍ਰਭਾਵ ਪਿਆ। ਸੋਨਕ ਰਿਸ਼ੀ ਜੀ ਜਿਹੜੇ ਉੱਥੇ ਨੇ, ਉਹ ਵੀ ਇਹਨਾਂ ਤੋਂ ਇੰਪ੍ਰੈਸਿਵ ਨੇ। ਉਹਨਾਂ ਨੇ ਮੇਰਾ ਖਿਆਲ ਹੈ ਯੂਕੇ ਅਵਾਰਡ ਜਿਹੜਾ ਆਨਰਸ ਲਈ ਇਹਨਾਂ ਨੂੰ ਦਿੱਤਾ। ਔਰ ਇਹਦੇ ਵਿੱਚ ਇਹ ਜਿਹੜਾ ਉੱਥੇ ਇਹਨਾਂ ਨੂੰ ਯੂਕੇ ਦਿੱਤਾ ਜਾਊਗਾ। ਔਰ ਇਹਦੇ ਵਿੱਚ ਇਹਨਾਂ ਨੇ ਇਹ ਵੀ ਕਹਿਤਾ ਕਿ ਇਹਨਾਂ ਦੀਆਂ ਬੁੱਕਸ ਜਿਹੜੀਆਂ ਹੈਗੀਆਂ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਲੱਗੀਆਂ ਪਈਆਂ ਹੈਗੀਆਂ ਇਕਨੋਮਿਕਸ ਨਾਲ ਰਿਲੇਟਡ। ਔਰ ਇਹਨਾਂ ਦਾ ਦੇਖੋ ਕਿੱਥੋਂ ਤੱਕ ਜਿਹੜਾ ਹੈਗਾ ਕਲਚਰ ਦੇ ਵਿੱਚ, ਅਰਥ ਵਿਵਸਥਾ ਵਿੱਚ ਦਬਦਬਾ ਉਸੇ ਤਰ੍ਹਾਂ ਦਾ ਹੈਗਾ। ਚਾਹੇ ਬੋਲਦੇ ਘੱਟ ਆ, ਜਿਹੜੇ ਇਸ ਵੇਲੇ ਐਟ ਪ੍ਰੈਜ਼ੈਂਟ ਸਾਡੇ ਪ੍ਰਧਾਨ ਮੰਤਰੀ ਨੇ, ਉਹ ਬੜੇ ਅੱਛੇ ਬੁਲਾਰੇ ਨੇ, ਬੋਲਦੇ ਬਹੁਤ ਅੱਛਾ। ਪਰ ਜਿਹੜੇ ਕੈਪੇਬਿਲਿਟੀ ਨਾਲ, ਜਿਹੜੇ ਇੰਟੈਲੀਜੈਂਸੀ ਨਾਲ ਜਾਂ ਇੰਟੈਲੀਜੈਂਟ ਲੋਕਾਂ ਦੇ ਨਾਲ ਜਿਹੜੇ ਗੁਜ਼ਰ ਰਹੇ ਨੇ ਜਾਂ ਅੱਗੇ ਨੇ, ਉਹ ਮਨਮੋਹਨ ਸਿੰਘ ਜੀ ਦਾ ਨਾਮ ਬਹੁਤ ਉੱਪਰ ਹੈ। ਬਹੁਤ ਲੋਕ, ਬਹੁਤ ਜਿਹੜੇ ਭਾਸ਼ਾ ਵਿਗਿਆਨੀ ਖਾਸ ਤੌਰ 'ਤੇ ਕਹਿੰਦੇ ਹੈ। ਔਰ ਮੇਰਾ ਖਿਆਲ ਇਸੇ ਕਰਕੇ ਇਹਨਾਂ ਨੂੰ ਲੀਜੈਂਡਰੀ ਅਵਾਰਡ ਜਿਹੜਾ ਦਿੱਤਾ ਜਾ ਰਿਹਾ। ਦੇਖੋ ਡਾਕਟਰ ਮਨਮੋਹਨ ਸਿੰਘ ਮਤਲਬ ਵਨ ਆਫ ਦਾ ਫਾਈਨੈਸਟ ਬ੍ਰੇਨਸ ਇਨ ਇਕਨੋਮੀ। ਨਾ ਕਰਪਟ ਨਹੀਂ, ਕੋਈ ਕਰਪਸ਼ਨ ਨਹੀਂ, ਕੁਛ ਨਹੀਂ। ਬਿਲਕੁਲ ਸਹੀ ਗੱਲ ਹੈ। ਔਰ ਜਿਸ ਤਰ੍ਹਾਂ ਉਹਨਾਂ ਦੇ ਡਿਸੀਜਨਸ ਹੁੰਦੇ ਨੇ, ਇੱਥੋਂ ਤੱਕ ਕਿ ਨਿਊਜ਼ ਇਹ ਵੀ ਸੀ ਕਿ ਬਰਾਕ ਓਬਾਮਾ ਸਾਹਿਬ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਉਹ ਡਾਕਟਰ ਮਨਮੋਹਨ ਸਿੰਘ ਜੀ ਨੂੰ ਫੋਨ ਕਰਕੇ ਉਹਨਾਂ ਕੋਲੋਂ ਸਲਾਹ ਵੀ ਲੈਂਦੇ ਹੁੰਦੇ ਸੀ ਆਪਣੇ ਦੇਸ਼ ਦੀ ਇਕਨੋਮੀ ਵਾਸਤੇ। ਬਿਲਕੁਲ ਕਰੈਕਟ। ਇਹਨਾਂ ਦਾ ਦੋ ਪਰਸਨੈਲਿਟੀ ਦਾ ਨਾਂ ਪੂਰੀ ਦੁਨੀਆ ਸੀਗਾ, ਬਰਾਕ ਓਬਾਮਾ ਔਰ ਮਨਮੋਹਨ ਸਿੰਘ। ਇਹਨਾਂ ਨੂੰ ਖਾਸ ਤੌਰ 'ਤੇ ਇਹਨਾਂ ਦਾ ਜਿਹੜਾ ਐਨਾਲਿਸਿਸ ਕੀਤਾ ਗਿਆ, ਇੱਕੋ ਕੈਲੀਬਰ ਦੇ, ਇੱਕੋ ਜਿਹੜੇ ਹਾਈਟ ਦੇ ਲੋਕ ਸੀਗੇ ਦੋਨੇ। ਔਰ ਉਹ ਵੀ 2 ਵਾਰੀ ਰਹੇ ਉੱਥੇ, ਇਹ ਵੀ 2 ਵਾਰੀ, ਹੈ ਨਾ। ਉਹ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ 2 ਵਾਰ, 2 ਟਰਮਸ ਤੇ 2 ਟਰਮਸ ਇਹ ਰਹੇ। ਔਰ ਰਾਹੁਲ ਗਾਂਧੀ ਤੋਂ ਉਦੋਂ ਛੋਟਾ ਸੀ, ਅਜੇ ਉਹਨਾਂ ਨੂੰ ਇਹ ਸੰਭਾਲਣਾ ਔਖਾ ਸੀਗਾ। ਸੋਨੀਆ ਗਾਂਧੀ ਨੇ ਇਹਨਾਂ ਨੂੰ ਅੱਗੇ ਲਾਇਆ। ਔਰ ਕਿਉਂਕਿ ਉਹਨਾਂ ਦੀ ਸਲਾਹ ਤਾਂ ਚੱਲਣੀ ਸੀ। ਸੋਨੀਆ ਗਾਂਧੀ ਪ੍ਰਧਾਨ ਸੀ ਆਪਣੇ ਕਾਂਗਰਸ ਦੀ, ਔਰ ਇਹਨਾਂ ਨੇ ਬੜੇ ਤਰੀਕੇ ਨਾਲ ਦੇਸ਼ ਨੂੰ ਚਲਾਇਆ। ਇਹਨਾਂ ਦੀ ਗਰੋਥ ਅਬਾਵ ਹੀ ਰਹੀ ਉਦੋਂ ਤੱਕ। ਉਹ ਜਿਹੜਾ ਵੀ ਉਦੋਂ ਨਿਊਜ਼ ਆਉਂਦੀ ਸੀ, ਉਹਦੇ 'ਚ ਕਹਿੰਦੇ ਵੀ ਇੱਥੇ ਸਟੈਂਡ ਕਰਦਾ ਇੰਡੀਆ, ਔਰ ਇੱਥੇ ਸਟੈਂਡ ਕਰੇਗਾ। ਐਗਜ਼ੈਕਟਲੀ। ਔਰ ਇਸ ਵਕਤ ਜੋ ਇੰਡੀਆ ਦੀ ਇਕਨੋਮੀ ਦਾ ਹਾਲ ਹੈ, ਅਗਰ ਡਾਕਟਰ ਮਨਮੋਹਨ ਸਿੰਘ ਜੀ ਦਾ ਸਾਥ ਮਿਲੇ ਜੀ ਤਾਂ ਫਿਰ ਤੋਂ ਬੂਸਟ ਕਰ ਸਕਦੀ ਹੈ ਇਕਨੋਮੀ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਟਸ ਸੋ ਇੰਟੈਲੀਜੈਂਟ। ਬਿਲਕੁਲ। ਔਰ ਇਕਨੋਮੀ ਦੀਆਂ ਮਤਲਬ ਜਿਹਨੂੰ ਕਹਿੰਦੇ ਨੇ ਰਗ ਨੂੰ ਜਾਣਦੇ ਨੇ, ਕਿੱਦਾਂ ਕਿਸ ਚੀਜ਼ ਨੂੰ ਹੈਂਡਲ ਕਰਨਾ। ਇੱਕ ਤਾਂ ਹੋਰ ਪਾਕਿਸਤਾਨ ਨਾਲ ਵੀ ਆਪਣੇ ਸੰਬੰਧ ਬੜੇ ਗੂੜੇ ਮਿੱਤਰਤਾ ਵਾਲੇ ਰਹੇ ਆ, ਕਿਉਂਕਿ ਇਹ ਪੜ੍ਹੇ ਹੀ ਉੱਥੇ ਆ, ਪੜ੍ਹ ਕੇ ਉੱਥੋਂ ਆਏ। ਇਹਨਾਂ ਦਾ ਰਿਕਾਰਡ ਉਹਨਾਂ ਨੇ ਸ਼ੋਅ ਕੀਤਾ ਪਾਕਿਸਤਾਨ ਦੇ ਲੋਕਾਂ ਨੇ। ਇਹ ਪਹਿਲੀ ਜਮਾਤ ਤੋਂ ਜਦੋਂ 14ਵੀਂ ਜਮਾਤ ਤੱਕ ਗਏ ਆ, ਅਤੇ ਫਸਟ ਹੀ ਆਉਂਦੇ ਰਹੇ ਜਿੱਥੇ ਜਿੱਥੇ ਵੀ ਗਏ। ਮੈਥ ਦੇ ਬੜੇ ਵਧੀਆ ਗਿਆਤਾ ਸੀ, ਮੈਥ ਔਰ ਅਲਜਬਰਾ ਕੀ, ਇਹਦੇ ਵਿੱਚ ਜਿਓਮੈਟਰੀ ਕੀ, ਬਹੁਤ ਕੁਛ ਇਹਨਾਂ ਨੂੰ ਆਉਂਦਾ ਸੀ। ਇਹ ਜਦੋਂ ਫਿਰ ਪ੍ਰਧਾਨ ਮੰਤਰੀ ਬਣੇ, ਇਹਨਾਂ ਨੇ ਆਪਣੇ ਪਿੰਡ ਦੇ ਆਲੇ ਦੁਆਲੇ ਸੜਕ ਬਣਾਈ ਇੱਕ ਉੱਥੇ,
ਔਰ ਪੂਰੀ ਦੁਨੀਆ ਉੱਥੇ ਵੇਖਣ ਗਈ ਔਰ ਆਪਣੇ ਪਿੰਡ ਨੂੰ ਇਹਨਾਂ ਬੜਾ ਸਜਾਇਆ, ਜਿੱਥੋਂ ਦੇ ਜੰਮਪਲ ਸੀਗਾ। ਔਰ ਪਾਕਿਸਤਾਨ ਦੇ ਰਿਸ਼ਤੇ ਇਹਨਾਂ ਨਾਲ ਬੜੇ ਗੂੜੇ ਰਹੇ। ਅੱਜ ਵੀ ਪਾਕਿਸਤਾਨ ਵਾਲੇ ਲੋਕ ਇਹਨਾਂ ਨੂੰ ਬੁਲਾਉਂਦੇ ਨੇ ਔਰ ਉੱਥੇ ਜਾਂਦੇ ਨੇ। ਉੱਥੇ ਇਹਨਾਂ ਨੂੰ ਮੋਹਣੀ ਕਹਿੰਦੇ ਸੀ, ਇਹਨਾਂ ਦਾ ਨਾਂ ਨਿੱਕਾ ਮੋਹਣੀ ਸੀਗਾ, ਮਨਮੋਹਨ ਸਿੰਘ ਤੋਂ ਮੋਹਣੀ, ਯੈਸ ਨਿਕਨੇਮ। ਹਾਂ, ਦੇਖੋ ਕੀ ਸਬਬ ਹੈ ਅੱਜ ਅਸੀਂ ਮਨਮੋਹਨ ਸਿੰਘ ਜੀ ਦੀ ਗੱਲਬਾਤ ਕਰ ਰਹੇ ਹਾਂ, ਉਹਨਾਂ ਬਾਰੇ ਡਿਸਕਸ਼ਨ ਕਰ ਰਹੇ ਹਾਂ। ਔਰ ਮੇਰਾ ਬਾਰ-ਬਾਰ ਧਿਆਨ ਤੁਹਾਡੇ ਦਸਤਾਰ ਵੱਲ ਜਾ ਰਿਹਾ। ਤੁਹਾਡੇ ਦਸਤਾਰ ਦਾ ਰੰਗ ਵੀ ਉਹੀ ਹੈ ਜਿਹੜਾ ਡਾਕਟਰ ਮਨਮੋਹਨ ਸਿੰਘ ਮੰਨਦੇ ਸੀ, ਉਹ ਹਮੇਸ਼ਾ ਹੀ। ਮੈਂ ਤੁਹਾਡੇ ਨਾਲ ਇਹਦੇ ਨਾਲ ਸੰਬੰਧਿਤ ਗੱਲ ਪਤਾ ਕੀ ਕਰਦਾ, ਮੈਂ ਜਦੋਂ ਜੌਬ ਸੀਗਾ ਪਟਨਾ ਸਾਹਿਬ, ਤਾਂ ਉੱਥੇ ਸੀਗਾ ਦੂਰਦਰਸ਼ਨ 'ਚ, ਤੇ ਉੱਥੇ ਸਾਰੇ ਮੇਰੇ ਕੁਲੀਗ ਸਾਰੇ ਆਉਂਦੇ ਸੀ। ਉਦੋਂ ਇਹ 2004 ਦੇ ਵਿੱਚ ਟੇਕ ਓਵਰ ਕੀਤਾ ਸੀ ਇਹਨਾਂ ਨੇ ਕਾਂਗਰਸ ਦੇ ਤੌਰ ਤੇ, ਔਰ ਇਹ ਇਹਨਾਂ ਨੇ ਸਹੁੰ ਚੁੱਕੀ ਸੀ ਪ੍ਰਧਾਨ ਮੰਤਰੀ ਦੀ। ਤਾਂ ਸਾਰੇ ਮੈਨੂੰ ਕਹਿਣ ਆਉਂਦੇ ਤੁਹਾਡੇ ਰਿਲੇਟਿਵ ਆ, ਤੁਹਾਡੇ, ਮੈਂ ਕਿਹਾ ਨਹੀਂ ਰਿਲੇਟਿਵ ਨਹੀਂ, ਪਰ ਬਿਲੋਂਗ ਅੰਮ੍ਰਿਤਸਰ ਨੂੰ ਕਰਦੇ, ਕੋਹਲੀ ਫੈਮਿਲੀ ਆ। ਉਹ ਮੇਰੀ ਪਗੜੀ ਵੱਲ ਵੇਖ ਕੇ ਵੀ ਕਹਿ ਰਹੇ, ਕਿਉਂਕਿ ਉੱਧਰ ਪਗੜੀ ਬੰਨ੍ਹਣ ਵਾਲੇ ਘੱਟ ਸੀਗੇ, ਉਹ ਉਹਨਾਂ ਨੂੰ ਐਂ ਲੱਗਦਾ ਸਾਰੇ ਰਿਸ਼ਤੇਦਾਰ ਹੈ ਮਨਮੋਹਨ ਸਿੰਘ ਦੇ। ਚਲੋ, ਬਹੁਤ ਨਾਈਸ ਪਰਸਨੈਲਿਟੀ ਨੇ, ਲਿਵਿੰਗ ਲੀਜੈਂਡ ਨੇ ਸਾਡੇ ਵਾਸਤੇ। ਸੋ ਆਪਾਂ ਅੱਗੇ ਵਧਦੇ ਹਾਂ। ਅੱਗੇ ਹੈ ਕਿ ਮੁੱਖ ਮੰਤਰੀ ਭਾਰਤੀ ਫੌਜ ਦੇ ਲੈਫਟੀਨੈਂਟ ਨਾਲ ਸਰਹੱਦ ਖੇਤਰਾਂ ਵਿੱਚ ਜਿਹੜੀ ਨਸ਼ਿਆਂ ਦੀ ਰੋਕਥਾਮ ਹੈ ਉਹਦੇ ਬਾਰੇ ਗੱਲਬਾਤ ਹੋਈ ਹੈ। ਹੁਣ ਫੌਜ ਦਾ ਸਾਥ ਮਿਲੇਗਾ ਪੰਜਾਬ ਦੀ ਪੁਲਿਸ ਨੂੰ, ਔਰ ਜੋ ਸਾਰੇ ਸਰਹੱਦੀ ਇਲਾਕੇ ਨੇ ਜਿੱਥੇ ਜਿੱਥੇ ਨਸ਼ਾ ਦੀ ਤਸਕਰੀ ਹੁੰਦੀ, ਪਾਕਿਸਤਾਨ ਵੱਲੋਂ ਵੀ ਹੁੰਦੀ ਹੈ, ਉਹਦੇ ਉੱਤੇ ਖਾਸ ਨਜ਼ਰ ਰੱਖੀ ਜਾਏਗੀ ਤੇ ਰੋਕਥਾਮ ਕੀਤੀ ਜਾਏਗੀ ਨਸ਼ਿਆਂ ਦੀ। ਵੈਸੇ ਬੜਾ ਵੱਡਾ ਕੰਮ ਕੀਤਾ ਉਹਨਾਂ ਨੇ, ਕਿਉਂਕਿ ਆਰਮੀ ਜਦੋਂ ਐਕਸ਼ਨ ਲੈਂਦੀ ਹੈ ਬੜਾ ਜ਼ਬਰਦਸਤ ਐਕਸ਼ਨ ਹੁੰਦਾ। ਨਸ਼ਿਆਂ ਨੂੰ ਰੋਕਣ ਲਈ ਜਾਂ ਸਰਹੱਦਾਂ ਤੋਂ ਇੱਧਰ ਨਸ਼ਾ ਆਉਣ ਲਈ BSF ਕਰਦੀ ਰਹੀ ਆ, ਆਰਮੀ ਨੂੰ ਨਹੀਂ ਸੀ ਕੀਤਾ। ਔਰ ਆਰਮੀ ਦੇ ਜਿਹੜੇ ਲੈਫਟੀਨੈਂਟ ਜਨਰਲ ਨੇ ਅਮਰਦੀਪ ਸਿੰਘ, ਉਹਨਾਂ ਨਾਲ ਗੱਲਬਾਤ ਇਹਨਾਂ ਨੇ ਕੀਤੀ ਆ, ਔਰ ਉਹਨਾਂ ਨਾਲ ਖੁਦ ਬਾਰਡਰ ਏਰੀਆ 'ਚ ਘੁੰਮੇ ਵੀ ਆ, ਔਰ ਉਹਦੇ ਨਾਲ ਆਪਣੇ ਪੰਜਾਬ ਦੇ ਗਵਰਨਰ ਵੀ ਉਹ ਇਕੱਲੇ ਉਹ ਵੀ ਗਏ ਉੱਥੇ ਘੁੰਮਣ ਲਈ। ਇਹ ਅੱਛੀ ਗੱਲ ਹੈ, ਇਹਨਾਂ ਨੇ ਇਹ ਗੱਲ ਨੂੰ ਜਿਹੜਾ ਸਰਾਹਿਆ ਵੀ ਹੈ, ਔਰ ਅੱਗੇ ਲਿਜਾਣ ਲਈ ਇਹਨਾਂ ਨੇ ਕਹਿਤਾ ਕਿ ਅਸੀਂ ਚਾਹੁੰਦੇ ਹਾਂ ਕਿ ਆਰਮੀ ਜੇ ਸਾਨੂੰ ਸਹਿਯੋਗ ਦੇਵੇ, ਮਿਲਟਰੀ ਸਹਿਯੋਗ ਦੇਵੇ, ਤਾਂ ਅਸੀਂ ਹੋ ਸਕਦਾ ਨਸ਼ੇ ਨੂੰ ਰੋਕਣ 'ਚ ਕਾਮਯਾਬ ਰਹੀਏ। ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਰਾਜਸਥਾਨ ਦਾ ਏਰੀਆ, ਉਸ ਪਾਸੋਂ ਬਾੜਮੇਰ ਸੈਕਟਰ ਜਿਹੜਾ, ਇਹ ਸਿੱਧਾ ਹੀ ਉਸ ਪਾਸੇ ਲੱਗਦਾ ਪਾਕਿਸਤਾਨ ਤੇ ਚਾਈਨਾ ਦੇ। ਇਹ ਕਹਿੰਦੇ ਸੀ ਉੱਧਰ ਵੀ ਸਾਨੂੰ ਰੋਕਿਆ ਜਾਵੇ ਉਹਨਾਂ ਨੂੰ, ਔਰ ਮਿਲ ਕੇ ਜਿਹੜੇ ਉੱਧਰ ਨਸ਼ਾ ਆ ਰਿਹਾ ਵਾ, ਔਰ ਡਰੋਨ ਵੀ ਉੱਧਰੋਂ ਆਉਂਦੇ, ਡਰੋਨ 'ਤੇ ਵੀ ਬੜਾ ਵੈਪਨ ਵੂਪਨ ਸੁੱਟ ਜਾਂਦੇ, ਬੜਾ ਕੁਝ ਆ ਰਿਹਾ। ਕੱਲ੍ਹ ਪਰਸੋਂ ਦੀ ਗੱਲ ਆ, ਗੁਰਦਾਸਪੁਰ ਦੇ ਏਰੀਆ 'ਚ ਕਈ ਦੇਰ ਘੁੰਮਦਾ ਰਿਹਾ, ਫਿਰ ਉਹਨਾਂ ਨੇ ਸ਼ੂਟ ਕੀਤਾ, ਗੋਲੀਆਂ ਗਾਲੀਆਂ ਮਾਰੀਆਂ, ਪਰ ਕੁਝ ਨਹੀਂ, ਉਹ ਨਿਕਲ ਜਾਂਦਾ। ਇਹ ਨਵੇਂ ਤਰੀਕੇ ਇਲੈਕਟ੍ਰੋਨਿਕਸ ਦੇ ਵੀ ਆ ਰਹੇ ਆ, ਬਾਕੀ ਵੀ ਆ ਰਹੇ ਆ। ਪਾਈਪ ਲੱਗੇ ਆ ਜਿਹੜੇ ਇੱਧਰ, ਪਾਈਪ ਦੇ ਰਾਹੀਂ ਜਦੋਂ ਤਾਰਾਂ ਦੇ ਵਿੱਚ ਦੀ ਪਾਈਪ ਪਲਾਸਟਿਕ ਦੇ ਆ, ਉਹਨਾਂ ਦੇ ਵਿੱਚ ਦੀ ਉਹਨਾਂ ਨੇ ਲਾਏ, ਸਰਕਾਰ ਨੇ ਨਹੀਂ। ਉਹ ਸਮਾਨ ਉੱਧਰ ਦੀ ਸੁੱਟਦੇ ਆ, ਇੱਧਰੋਂ ਬੱਚੇ ਚੁੱਕਦੇ, ਜਨਾਨੀਆਂ ਚੁੱਕੇ, ਜਿਹੜੇ ਆਪਣੇ ਸਰਹੱਦੀ ਪਿੰਡ ਆ, ਖਾਸ ਤੌਰ 'ਤੇ ਚਿੱਟੇ ਦੇ ਨੇ ਵੇਖ ਸਕਦੇ ਵੀ ਵੈਪਨ ਵੀ ਆਉਂਦੇ ਆ, ਉਹਦੇ 'ਤੇ ਨਸ਼ਾ ਵੀ ਆਉਂਦਾ, ਹੈਰੋਇਨ ਵੀ ਆਉਂਦੀ ਆ, ਬਹੁਤ ਚੀਜ਼ਾਂ ਆਉਂਦੀਆਂ। ਪਰ ਆਹ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਆਰਮੀ ਨਾਲ, ਆਰਮੀ ਦੇ ਕੋਲੈਬੋਰੇਸ਼ਨ ਨਾਲ ਲਿਆ ਵਾ, ਹੋ ਸਕਦਾ ਕੁਛ ਨਾ ਕੁਛ ਇਹਦੇ 'ਚ ਕੰਟਰੋਲ ਹੋਵੇ। ਜਦੋਂ ਕਿ BSF 50 ਕਿਲੋਮੀਟਰ ਤਾਂ ਪੰਜਾਬ ਦੇ ਅੰਦਰ ਧੱਸ ਆਈ ਹੈ, ਸਾਰਾ ਕੁਝ ਹੋ ਗਿਆ। ਜਦੋਂ ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਪੁਲਿਸ ਹੀ ਬੜੀ ਹੈ, ਇਹ ਬੜਾ ਕੁਝ ਕਰ ਸਕਦੀ ਹੈ ਜੀ, ਪਰ ਉਹ 'ਚ BSF ਅੰਦਰ ਆ ਗਈ ਹੈ। ਪਰ ਇਹਨਾਂ ਨੂੰ ਜ਼ਿਆਦਾ ਕੰਸਨਟਰੇਟ ਕਿੱਥੇ ਕਰਨਾ ਚਾਹੀਦਾ, ਬਾਰਡਰ 'ਤੇ, ਬਾਰਡਰ ਦੇ ਨਾਲ ਹੀ। ਉੱਥੋਂ ਜਿਹੜੀਆਂ ਉਹਨਾਂ ਦੀ ਰੇਂਜਰ ਆ, ਉਹ ਆਪਣੀ BSF ਉਹਨਾਂ ਦੇ ਰੇਂਜਰ, ਜਿਨ੍ਹਾਂ ਦਾ ਤੁਸੀਂ ਕਦੇ ਵੇਖੋ ਵਾਹਗਾ ਬਾਰਡਰ 'ਤੇ ਉਹਨਾਂ ਨੇ ਫਰਲੇ ਕੱਢੇ ਆ, ਹੈ ਨਾ, ਖੁੱਸੇ ਪਾਏ ਆ, ਔਰ ਸਲਵਾਰਾਂ ਕਾਲੀਆਂ, ਲੰਬੇ ਕਮੀਜ਼ ਕਾਲੇ, ਔਰ ਉਹ BSF ਵਰਗੇ, ਔਰ 7-7 ਫੁੱਟੇ ਜਵਾਨ ਮੁੰਡੇ। ਔਰ ਜਦੋਂ ਫਲੈਗ ਸੈਰਾਮਨੀ ਹੁੰਦੀ ਮਾਰਨਿੰਗ ਦਾ ਈਵਨਿੰਗ, ਉਹ ਵੇਖਣ ਵਾਲੀ ਹੁੰਦੀ ਹੈ, ਜਦੋਂ ਦੋਨੇ ਫਲੈਗ ਕ੍ਰਾਸ ਕਰਦੇ ਆ, ਡਾਊਨ ਕਰਦੇ ਆ। ਆਪਣੇ BSF ਦੇ ਮੁੰਡੇ ਬੜੇ ਜਵਾਨ ਉੱਥੇ ਲਾਏ ਹੁੰਦੇ, ਸਾਰਾ ਕੁਝ। ਪਰ ਇਹਨਾਂ ਨੂੰ ਇਹ ਚਾਹੀਦਾ ਕਿ ਆਰਮੀ ਨੇ ਜੇ ਕੰਟਰੋਲ ਕਰਨਾ ਤਾਂ ਅੱਛੀ ਗੱਲ ਹੈ। ਇਹ ਪੰਜਾਬ ਗੌਰਮੈਂਟ ਨੇ ਜੇ ਇਹਨਾਂ ਨੇ ਮੁੱਦਾ ਲਿਆ, ਪਰ ਇਹਨੂੰ ਪ੍ਰੈਕਟੀਕਲ ਤੌਰ 'ਤੇ ਗੱਲਬਾਤ ਕਰਨੀ ਚਾਹੀਦੀ ਹੈ, ਇਹ ਨਹੀਂ ਕਿ ਮੀਟਿੰਗ ਕਰ ਲਈ ਤੇ ਛੱਡ ਦਿੱਤਾ ਜਾਵੇ। ਐਗਜ਼ੈਕਟਲੀ, ਜਿਹੜਾ ਤੁਸੀਂ ਇਹ ਕਿਹਾ ਨਾ ਵਾਹਗਾ ਬਾਰਡਰ ਦੇ ਉੱਤੇ ਪਰੇਡ ਹੁੰਦੀ ਹੈ ਜੀ, ਉਹ ਬੜਾ ਇੱਕ ਮਜ਼ਾਕ ਜਿਹਾ ਕਿੱਸਾ ਹੈ। ਮੈਂ ਆਪਣੇ ਮਾਤਾ ਜੀ ਨਾਲ ਗਿਆ ਸੀ, ਮੈਨੂੰ ਕਹਿੰਦੇ ਮੈਨੂੰ ਵਿਖਾ ਕੇ ਲੈ ਕੇ ਆ, ਤੇ ਉੱਥੇ ਉਹਨਾਂ ਨੇ ਪਰੇਡ ਦੇਖੀ, ਬੜੇ ਖੁਸ਼ ਹੋਏ ਜੀ। ਫਿਰ ਮੈਨੂੰ ਕਹਿੰਦੇ ਮੈਂ ਫੌਜੀਆਂ ਨਾਲ ਮਿਲਣਾ ਹੈ। ਮੈਂ ਕਿਹਾ ਚਲੋ, ਜਿਹੜੇ ਭਾਰਤ ਦੇ ਫੌਜੀ ਨੇ ਉਹਨਾਂ ਨੂੰ ਮਿਲਦੇ ਪਏ ਨੇ ਮੰਮੀ ਬੇਟਾ, ਬੜਾ ਮਜ਼ਾ ਆਇਆ, ਬੜੀ ਸੋਹਣੀ ਪਰੇਡ ਕੀਤੀ। ਕਹਿੰਦੇ ਮੈਂ ਇੱਕ ਸਵਾਲ ਪੁੱਛਾਂ? ਕਹਿੰਦੇ ਪੁੱਛੋ। ਉਹਨਾਂ ਦੇ ਆਫੀਸਰ ਵੀ ਕੋਲ ਖੜੇ ਨੇ। ਕਹਿੰਦੇ ਤੁਸੀਂ ਇੰਨੀ ਜ਼ੋਰ ਦੀ ਪੈਰ ਮਾਰਦੇ ਹੋ ਜਦੋਂ ਪਰੇਡ ਕਰਦੇ ਹੋ, ਤੁਹਾਡੇ ਸ਼ੂਜ਼ ਕਿੰਨੇ ਦਿਨ ਚੱਲਦੇ ਨੇ? ਉਹ ਬੜਾ ਹੱਸੇ, ਕਹਿੰਦੇ ਸਾਨੂੰ ਫਸਟ ਟਾਈਮ ਕਿਸੇ ਨੇ ਇੱਦਾਂ ਦਾ ਸਵਾਲ ਪੁੱਛਿਆ। ਕਹਿੰਦੇ ਮਾਤਾ ਜੀ ਇਹ ਰੂਲ ਹੈ, ਸਾਨੂੰ ਇੱਦਾਂ ਪਰੇਡ ਕਰਨੀ ਪੈਂਦੀ। ਕਹਿੰਦੀ ਬਹੁਤ ਜ਼ਬਰਦਸਤ ਪਰੇਡ ਹੁੰਦੀ, ਧਰਤੀ ਹਿਲਾਉਂਦੇ ਪੈਰ ਮਾਰਦੇ, ਬੜੇ ਜ਼ੋਰ ਨਾਲ ਮਾਰਦੇ, ਵੱਡੇ ਬੂਟ ਹੁੰਦੇ ਨਾ, ਉਹਦੇ ਨਾਲ ਪੈਰ ਮਾਰਦੇ, ਪਰ ਸਿੱਧੀ ਧਮਕ ਸਿੱਧੀ ਸਿਰ ਨੂੰ ਜਾਂਦੀ ਹੁਣ। ਬਹੁਤ ਅਗਰੈਸਿਵ ਪਰੇਡ ਹੈ ਉੱਥੋਂ ਦੀ। ਪਰ ਹੁਣ ਇਹਨਾਂ ਨੇ ਨੇੜੇ ਬਣਾਤੀ ਗੈਲਰੀ, ਇੱਧਰ ਗੈਲਰੀ 'ਚ ਬੈਠ ਕੇ ਲੋਕ ਦੇਖਦੇ ਆ ਸ਼ਾਮ ਨੂੰ ਨਾ, ਉੱਧਰ ਵੀ ਫਿਰ ਇੱਧਰੋਂ ਬੋਲੇ ਸੋ ਨਿਹਾਲ ਜਾਂ ਜੈ ਹਿੰਦ, ਉੱਧਰ ਵੀ ਨਾਅਰੇ ਲਾਉਂਦੇ ਹੋ, ਜਾਂ ਅੱਲਾ, ਉਹ ਵੀ ਨਾਅਰੇ ਲਾਉਂਦੇ। ਉੱਧਰੋਂ ਜਿਹੜੇ ਲੋਕ ਨੇ, ਲੋਕ ਬੜੇ ਪਿਆਰ ਨਾਲ, ਤੁਸੀਂ ਤਾਂ ਵੇਖ ਆਏ, ਮੈਂ ਵੀ ਵੇਖ ਆਇਆ 2-3 ਵਾਰ, ਬੜਾ ਮਜ਼ਾ ਆਉਂਦਾ। ਹਾਂ, ਬਹੁਤ ਅੱਛੀ ਗੱਲ ਹੈ। ਲੋਕ ਆਮੋ ਸਾਹਮਣੇ ਆ ਕੇ ਬਹਿ ਕੇ ਬੜੇ ਪਿਆਰ ਨਾਲ ਮਿਲਦੇ, ਸਾਰੇ ਫੌਜੀ ਵੀ ਮਿਲਦੇ, ਆਰਮੀ ਵਾਲੇ ਵੀ ਸਾਰੇ ਮਿਲਦੇ। ਵੈਸੇ
ਸੈਨੀ ਵਾਲਾ ਬਾਰਡਰ ਵੀ ਸੈਨੀ ਵਾਲਾ ਬਾਰਡਰ, ਪਰ ਇੱਥੋਂ ਦੀ ਪਰੇਡ ਸਭ ਦੁਨੀਆ ਦੇ ਵਿੱਚ ਮਸ਼ਹੂਰ ਵਾਹਗਾ ਹੈ, ਬਾਰਡਰ ਬਹੁਤ ਹੈ। ਬਹੁਤ ਅਗਰੈਸਿਵ ਪਰੇਡ ਹੈ। ਜਿਹੜੇ ਪਾਕਿਸਤਾਨ ਦੇ ਲੋਕ ਜਾਂ ਜਿੰਨੇ ਬਾਹਰਲੇ ਦੇਸ਼ਾਂ ਦੇ ਆਉਂਦੇ ਆ ਅੰਮ੍ਰਿਤਸਰ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਆ, ਬਕਾਇਦਾ ਤੌਰ ਤੇ ਵਾਹਗਾ ਬਾਰਡਰ ਜਾਂਦੇ ਵੇਖਣ ਲਈ। ਬਿਲਕੁਲ ਸਹੀ ਦੁਰਗਿਆਨਾ ਮੰਦਿਰ, ਵਾਹਗਾ ਬਾਰਡਰ, ਇਹ ਸਾਰਾ ਕੁਝ ਜਿੰਨੇ ਪੁਲ ਜਿੰਨਾ ਕੁਝ ਹੈਗਾ ਉਹ ਇੱਥੇ ਵੇਖਣ। ਟੂਰਿਜ਼ਮ ਇੰਡਸਟਰੀ ਸਾਡੀ ਬਹੁਤ ਡਿਵੈਲਪ ਹੁੰਦੀ ਹੈ ਬਿਲਕੁਲ ਬਿਲਕੁਲ। ਔਰ ਰੋਟੀ ਪਾਣੀ ਖਾਣ ਪੀਣ ਲਈ ਬੜਾ ਅੱਛਾ। ਅੰਮ੍ਰਿਤਸਰ ਦੀ ਜਿਹੜੀ ਚੀਜ਼ ਤੁਸੀਂ ਖਾ ਲਈ ਨਾ, ਉਹ ਤਾਂ ਐਸੀ ਲਜ਼ਤ ਆ ਉਹਦੇ ਵਿੱਚ, ਜਲੇਬੀਆਂ ਦੇਸੀ ਘਿਓ ਦੀਆਂ ਹੈ ਨਾ, ਫਿਰ ਨਾਨ ਹੈ ਨਾ, ਪੂੜੇ, ਸਾਰਾ ਕੁਝ ਜਿਹੜਾ ਖਾਣ ਲਈ ਬਹੁਤ ਅੱਛਾ। ਐਕਚੁਅਲੀ ਇਹ ਕਿਉਂ ਆਪਾਂ ਗੱਲ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ, ਕਿਉਂਕਿ ਜਦੋਂ ਪਾਰਟੀਸ਼ਨ ਹੋਈ ਆ, ਬਟਵਾਰਾ ਹੋਇਆ, ਤੇ ਕਾਰੀਗਰ ਜਿਹੜੇ ਉੱਥੋਂ ਜਿਹੜੇ ਉਹ ਇੱਥੇ ਅੰਮ੍ਰਿਤਸਰ ਆ ਕੇ ਬੈਠ ਕੇ, ਜਿਹੜੇ ਇੱਥੋਂ ਗਏ ਉਹ ਲਾਹੌਰ ਜਾ ਕੇ ਬਹਿ ਗਏ। ਇਸੇ ਕਰਕੇ ਖਾਣ ਪੀਣ ਨੂੰ ਇਹਨਾਂ ਦਾ, ਰਹਿਣ ਸਹਿਣ, ਕੱਪੜਾ ਲੱਤਾ, ਸਾਰਾ ਕੁਝ ਇੱਕੋ ਜਿਹਾ। ਸਾਡੇ ਅੰਮ੍ਰਿਤਸਰ ਦਾ ਤੇ ਉਧਰੋਂ ਲਾਹੌਰ ਇੱਕੋ ਜਿਹਾ ਹੈ, ਉਹ ਨਾਲ ਹੀ ਲਾਹੌਰ ਪੈਂਦਾ, ਨਾਲੋਂ ਨਾਲ ਹੀ 25 ਕਿਲੋਮੀਟਰ। ਮੈਂ ਇੱਕ ਪਿੰਡ ਉੱਥੇ ਹੈਗਾ ਰੋੜਾਂ ਵਾਲੀ, ਮੈਂ ਉੱਥੇ ਇੱਕ ਵਾਰੀ ਸ਼ੂਟਿੰਗ ਕਰਨ ਗਿਆ, ਤਾਂ ਰੇਲ ਗਈ, ਸਮਝੌਤਾ ਐਕਸਪ੍ਰੈਸ ਨਿਕਲੀ, ਤਾਂ ਬੜੇ ਲੋਕ ਇਕੱਠੇ, ਤੇ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਤੁਸੀਂ ਇੱਥੇ ਖੇਤੀਬਾੜੀ ਕਰਦੇ ਜੇ, ਫਿਰ ਤੁਸੀਂ ਇੱਥੋਂ ਕਿੱਦਾਂ ਜਾਂਦੇ ਸੀ ਪਾਰਟੀਸ਼ਨ ਤੋਂ ਪਹਿਲਾਂ ਲਾਹੌਰ? ਉਹਦਾ ਮੁੰਡਿਆ, ਮੈਂ ਪਤਾ ਕਿੱਦਾਂ ਜਾਂਦਾ ਸੀ, ਮੈਂ ਜਾਂਦਾ ਸੀ ਡਾਂਡੇ ਮਿੰਡੇ ਸ਼ਾਰਟਕਟ। ਆਂਦਾ ਅਸੀਂ ਸਬਜ਼ੀ ਬੀਜਦੇ ਸੀ, ਸਿਰ 'ਤੇ ਚੁੱਕਦੇ ਟੋਕਰੇ, ਸਿੱਧਾ ਲਾਹੌਰ, ਉਦੋਂ ਬਾਅਦ ਸਿੱਧਾ ਇੱਥੇ। ਆਂਦਾ ਸਾਨੂੰ ਕੋਈ ਜ਼ਿਆਦਾ ਨਹੀਂ ਤਾਂ ਅਸੀਂ ਕਿਹੜਾ ਸੜਕਾਂ 'ਤੇ ਪੈਣਾ, ਜਾ ਕੇ ਸਿੱਧਾ ਜਾਂਦੇ ਸੀ, ਸਿੱਧਾ ਆਉਂਦੇ ਸੀਗੇ। ਆਪਣੀ ਖੇਤੀਬਾੜੀ ਤਾਂ ਉਹਨਾਂ ਦੀ ਖੇਤੀਬਾੜੀ ਵੀ ਇੱਕੋ ਜਿਹੀ ਹੈ। ਤੁਸੀਂ ਕਦੀ ਵਾਹਗਾ ਬਾਰਡਰ ਖਲੋ ਕੇ ਵੇਖੋ, ਜਦੋਂ ਇੱਕੋ ਹੀ ਜ਼ਮੀਨ ਹੈ, ਸਾਰਾ ਕੁਝ ਉੱਦਾਂ ਹੀ ਆਵਾਜ਼ਾਂ ਮਾਰਦੇ, ਉਹਨਾਂ ਕਈਆਂ ਮੋਢੇ ਤੇ ਰੱਖੀਆਂ, ਉੱਦਾਂ ਹਲ ਵਾਹ ਰਿਹਾ, ਉੱਦਾਂ ਤੱਤਾ ਉੱਦਾਂ ਸ਼ਾਵਾ। ਇੱਕ ਵਾਰੀ ਇੱਕ ਅੰਕਲ ਜੀ ਨਾ ਬੜਾ ਮਜ਼ਾਕ ਕਰਦੇ ਪਏ, ਕਹਿੰਦੇ ਮੈਂ ਸੁਣਿਆ ਸੀ ਲਾਹੌਰ 'ਚ ਨਾ ਕਬਾਬ ਬੜੇ ਟੇਸਟੀ ਮਿਲਦੇ ਨੇ, ਤੇ ਜੇ ਮੈਨੂੰ ਕਹਿ ਹੀ ਦੇਣ ਜਦੋਂ ਪਰੇਡ ਤੋਂ ਬਾਅਦ ਜਾ ਕੇ ਖਾ ਕੇ ਆ ਜਾਓ, ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਇਜਾਜ਼ਤ ਦੇ ਦਿਆਂਗੇ। ਮੈਂ ਉੱਥੇ ਜਾ ਕੇ ਕਬਾਬ ਖਾ ਕੇ ਆਉਣੇ ਨੇ, ਮੈਨੂੰ ਇਜਾਜ਼ਤ ਮਿਲਣੀ ਚਾਹੀਦੀ। ਉਹ ਬੜਾ ਹਸਾਉਂਦੇ ਨੇ ਇਸ ਗੱਲ ਨੂੰ। ਲੋਕਾਂ ਦੀ ਲੜਾਈ ਨਹੀਂ ਹੈਗੀ, ਸਿਆਸਤ ਦੀ ਲੜਾਈ ਹੈ। ਲੋਕ ਤਾਂ ਉਸੇ ਤਰ੍ਹਾਂ ਪਿਆਰ ਕਰਦੇ, ਉਸੇ ਤਰ੍ਹਾਂ ਮੁਹੱਬਤ। ਬਿਲਕੁਲ ਐਗਜ਼ੈਕਟਲੀ। ਵੀਡੀਓ ਦੇਖੋ ਕਿੰਨਾ ਤੁਹਾਨੂੰ ਵੈਲਕਮ ਕਰਦੇ ਹੋ। ਬਿਲਕੁਲ ਐਗਜ਼ੈਕਟਲੀ। ਤੁਸੀਂ ਕਿਤੇ ਪਾਕਿਸਤਾਨ ਦੇ ਕਈ ਵਾਰ ਵੀਡੀਓਜ਼ ਦੇਖੀ ਦੀ, ਕੋਈ ਬੰਦਾ ਉੱਥੇ ਜਾ ਕੇ ਵੈਸੇ ਹੀ ਕਹਿ ਦਿੰਦਾ ਨਾ ਸੋਸ਼ਲ ਐਕਸਪੈਰੀਮੈਂਟ, ਕਿ ਅਸੀਂ ਇੰਡੀਆ ਤੋਂ ਆਏ ਹਾਂ ਕੁਝ ਖਾਣ ਪੀਣ ਵਾਸਤੇ, ਉਹ ਪੈਸੇ ਨਹੀਂ ਲੈਣਗੇ, ਨਹੀਂ ਤੁਸੀਂ ਸਾਡੇ ਮਹਿਮਾਨ ਹੋ, ਤੁਸੀਂ ਖਾਓ। ਹੁਣ ਸਮਾਂ ਵੀ ਥੋੜਾ ਜਿਹਾ ਆਪਣਾ ਸਮਾਂ ਹੋ ਗਿਆ, ਬਸ ਇੱਕ ਆਖਰੀ ਨਿਊਜ਼ ਲੈ ਕੇ ਆਪਾਂ ਵੱਧਦੇ ਹਾਂ ਅੱਗੇ। ਜ਼ਰੂਰ। ਨਿਊਜ਼ੀਲੈਂਡ ਵਿੱਚ ਜਿਹੜੇ ਹਿੰਦੀ ਪੜ੍ਹ ਰਹੇ ਵਿਦਿਆਰਥੀ ਨੇ, ਉਹਨਾਂ ਦੇ ਸਿਲੇਬਸ ਦੇ ਵਿੱਚ ਹੁਣ ਭਾਰਤ ਦੇ ਵੇਦ ਗ੍ਰੰਥ ਸ਼ਾਸਤਰ ਵੀ ਸ਼ਾਮਿਲ ਕੀਤੇ ਜਾ ਰਹੇ ਨੇ। ਬਹੁਤ ਵੱਡੀ ਗੱਲ ਹੈ, ਕਿਉਂਕਿ ਉੱਥੇ ਤਾਂ ਜਿਹੜੀ ਹੈ ਨਾ ਇੰਗਲਿਸ਼ ਵੀ ਜ਼ਿਆਦਾ ਹੈਗੀ ਆ। ਨਿਊਜ਼ੀਲੈਂਡ ਦੀ ਜਿਹੜੀ ਮੂਲ ਭਾਸ਼ਾ ਉਹ ਵੀ ਹੈਗੀ ਆ। ਔਰ ਇਹ ਆਕਲੈਂਡ ਦੇ ਏਰੀਏ 'ਚ ਮੇਰਾ ਖਿਆਲ ਹੈ, ਆਕਲੈਂਡ ਤੋਂ ਬਾਅਦ ਜਿਹੜਾ ਅੱਗੇ ਆਕਲੈਂਡ ਦਾ ਸਾਊਥ ਏਰੀਆ ਪਾਪਾ ਟੋਏ, ਉਸ ਤੋਂ ਬਾਅਦ ਹੈਗਾ ਵਲਿੰਗਟਨ ਦਾ ਕੁਝ ਏਰੀਆ। ਉਹ ਕਹਿੰਦੇ ਨੇ ਇੱਕ ਕਹਾਣੀ ਹੈ, ਕੋਈ ਬੱਚੇ ਬਾਹਰ ਸੜਕ 'ਤੇ ਭੱਜੇ ਫਿਰਦੇ ਸੀ ਸਕੂਲੋਂ ਦੌੜ ਕੇ, ਤਾਂ ਕੁਛ ਟੀਚਰ ਨੇ ਉਹਨਾਂ ਨੂੰ ਫਾਲੋਅਪ ਕੀਤਾ, ਕਹਿੰਦਾ ਕੀ ਗੱਲ ਭੱਜੇ ਕਿਉਂ ਫਿਰਦੇ? ਕਹਿੰਦੇ ਸਾਨੂੰ ਹਿੰਦੀ ਨਹੀਂ ਆਉਂਦੀ। ਕਹਿੰਦਾ ਜੇ ਅਸੀਂ ਹਿੰਦੀ ਇੱਥੇ ਲਾ ਦਈਏ, ਸਿਲੇਬਸ ਦੇ ਵਿੱਚ ਇਨਕਲੂਡ ਕਰ ਲਈਏ, ਤਾਂ ਅਸੀਂ ਗੱਲ ਕਰਦੇ ਹਾਂ। ਉਦੋਂ ਪ੍ਰਧਾਨ ਮੰਤਰੀ ਹੁਣੇ ਗਏ ਆ, ਜਸਟਿਨ ਕਾਲ ਆਰਡਰ ਉਹਨਾਂ ਦੀ ਹੁਣੇ ਪੂਰੀ ਹੋ ਗਈ ਟਰਮਸ, ਤਾਂ ਉਹਨਾਂ ਨੇ ਤਾਲਮੇਲ ਕੀਤਾ। ਉਹਨਾਂ ਕਿਹਾ ਹਿੰਦੀ ਸ਼ੁਰੂ ਕਰ ਦਿਓ, ਔਰ ਸ਼ੁਰੂ ਹੋ ਗਈ। ਔਰ ਸ਼ੁਰੂ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਗੀਤਾ ਪੜ੍ਹਾ ਰਹੇ ਨੇ, ਰਮਾਇਣ, ਫਿਰ ਉਹਦੇ ਵਿੱਚ ਭਗਵਤ ਪ੍ਰਾਣ, ਉਹ ਸਾਰਾ ਕੁਝ ਪੜ੍ਹ ਰਹੇ ਬੱਚੇ। ਔਰ ਸੰਸਕ੍ਰਿਤ ਵੀ ਨਾਲ ਹੋ ਰਹੀ ਹੈ। ਕਿੰਨੀ ਵੱਡੀ ਗੱਲ ਹੈ ਇਹ। ਸਾਡੇ ਦੇਸ਼ ਵਿੱਚ ਹੀ ਭਾਸ਼ਾ ਦਾ, ਨਸਲਾਂ ਦਾ, ਕੌਮਾਂ ਦਾ, ਕੱਪੜੇ ਦਾ, ਲੱਤੇ ਦਾ ਲੜਾਈ ਹੈ। ਬਾਹਰਲੇ ਦੇਸ਼ਾਂ 'ਚ ਦੇਖੋ ਇੱਕੋ ਹੀ ਸੋਚ ਹੈ, ਗਿਆਨ ਜਿੱਥੋਂ ਵੀ ਮਿਲੇ ਲੈ ਲੈਣਾ ਚਾਹੀਦਾ। ਨਾ ਕੋਈ ਭਾਸ਼ਾ ਦਾ ਰੌਲਾ ਹੁੰਦਾ, ਤੇ ਨਾ ਕੋਈ ਧਰਮ ਦਾ ਰੌਲਾ ਹੁੰਦਾ। ਗਿਆਨ, ਨੌਲੇਜ ਇਜ਼ ਨੌਲੇਜ, ਉਹਦਾ ਕੋਈ ਮਤਲਬ ਨਹੀਂ ਕਿਸੇ ਭਾਸ਼ਾ ਨਾਲ, ਕਿਸੇ ਜਾਤੀ ਨਾਲ। ਗਿਆਨ ਤਾਂ ਗਿਆਨ ਆ। ਔਰ ਉਹ ਦੇਖੋ ਬੱਚਿਆਂ ਨੂੰ, ਉਹ ਬੱਚਿਆਂ ਦੇ ਕੋਈ ਫੁਰਸਤ ਨਹੀਂ, ਹੁਣ ਵਿਹਲੇ ਨਹੀਂ ਗੇ, ਉਹ ਖੇਡਦੇ ਨਹੀਂ ਗੇ। ਉਹ ਜਿਹੜਾ ਐਕਸਟਰਾ ਟਾਈਮ ਆ ਜਿਹੜਾ ਉਹ ਕਿੱਥੇ ਦਿੰਦੇ ਆ? ਵੇਦਾਂ ਗ੍ਰੰਥਾਂ ਨੂੰ ਪੜ੍ਹਨ ਲਈ ਦਿੰਦੇ ਆ। ਔਰ ਸਾਡੇ ਲੋਕ ਜਿਹੜੇ ਆ, ਸਾਡੇ ਸਿਲੇਬਸ ਦੇ ਵਿੱਚੋਂ ਤੇ ਸਾਡੇ ਦੇਸ਼ ਭਗਤ ਉਹਨਾਂ ਦੇ ਲੈਸਨ ਕੱਢ ਦਿੱਤੇ। ਸਾਡੇ ਸਿਲੇਬਸ ਦੇ ਵਿੱਚ ਇੰਨੀਆਂ ਊਣਤਾਈਆਂ ਹੈਗੀਆਂ, ਅਸੀਂ ਨਵੀਂ ਚੀਜ਼ ਨਹੀਂ ਜੋੜਦੇ, ਅਸੀਂ ਪੁਰਾਣੀਆਂ ਚੀਜ਼ਾਂ ਕੱਢਦੇ ਨੇ ਸਗੋਂ, ਹੈ ਨਾ। ਔਰ ਸਾਡੇ 'ਚ ਜੋ ਪਹਿਲਾ ਪੁਰਾਣਾ ਪਿਆ ਵਾ ਪੂਰਵਜ ਦਾ, ਸਾਡੇ ਬਜ਼ੁਰਗਾਂ ਦਾ, ਅਸੀਂ ਉਹਨੂੰ ਤੋੜਪਨ ਲਾ ਦਿੰਦੇ ਹਾਂ, ਤਾਂ ਕਿ ਆਉਣ ਵਾਲੀ ਜਨਰੇਸ਼ਨ ਇਹ ਨਾ ਵੇਖ ਸਕੇ ਉਹ ਕਿੰਨੇ ਬਹਾਦਰ ਸੀ, ਉਹਨਾਂ 'ਚ ਕੀ ਜਜ਼ਬਾ ਸੀ, ਕੀ ਜਨੂਨ ਸੀ, ਉਹ ਕਿੰਨੇ ਜੋਸ਼ ਨਾਲ ਚੱਲਦੇ ਸੀ। ਇਹ ਨਹੀਂ ਅਸੀਂ ਵੇਖਣ ਦਿੰਦੇ ਬੱਚਿਆਂ ਨੂੰ। ਇਹੀ ਹਾਲਤ ਹੁਣ ਬਾਹਰਲੇ ਦੇਸ਼ ਦਾ, ਇਹਦੇ ਸਾਡੇ ਤੋਂ ਅੱਗੇ ਆ। 1000 ਸਾਲ ਅਸੀਂ ਉਹਨਾਂ ਤੋਂ ਪਿੱਛੇ ਹਾਂ। ਇਸੇ ਕਰਕੇ ਪਿੱਛੇ ਹਾਂ ਕਿ ਸਾਡੀ ਸੱਭਿਅਤਾ ਨੂੰ ਅਸੀਂ ਝੰਜੋੜ ਕੇ ਦੂਜੇ ਪਾਸੇ ਰੱਖ ਦਿੱਤਾ। ਨਵੇਂ ਸੱਭਿਅਤਾ, ਨਵੇਂ ਕਲਚਰ ਨੂੰ ਜੋੜ ਲਿਆ, ਉਹਦਾ ਕਰਕੇ ਅਸੀਂ ਕਈ ਕਦਮ ਪਿੱਛੇ। ਬਿਲਕੁਲ, ਅਸੀਂ ਆਪਣੇ ਵਿਰਸੇ ਨੂੰ ਨਹੀਂ ਸਾਂਭਦੇ, ਸਾਡੀ ਬਹੁਤ ਵੱਡੀ ਗਲਤੀ। ਜੀ, ਬਸ ਬਿਲਕੁਲ ਸਹੀ ਗੱਲ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਤੁਸੀਂ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ, ਤੇ ਸਾਡਾ ਚੈਨਲ ਪੰਜਾਬ ਮੇਡ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਬਿਲਕੁਲ। ਸਤਿ ਸ਼੍ਰੀ ਅਕਾਲ ਜੀ।